चो गोलियां निकल गई हैं 100 मीटर दूर लोहे दे फाटक चो गोली निकल गई तो किहड़ा वैपन होएगा? ना AK-47 सी, ना 12 बोर सी, ना 303 सी, ना ये ऑर्डनरी वैपन ही नहीं सी, ना पुलिस कोल है, ना ये आम विकदे ने। वो वैपन इन्ने स्पैशलाइज्ड वैपन सी, उन्होंने पता सी कि ਇਹਦੇ ਕੋਲ बुलेट प्रूफ ਵਹੀਕਲ है। चाहे उस दिन बुलेट प्रूफ लैके नहीं गए सी, ਜਿਹੜੀ ਮਾਰਨਾ ਸੀ ਉਹਦਾ ਤਿਆਰੀ ਇਸੇ ਕਰਕੇ ਸੀ। ਇਹ ਵੈਪਨ ਆਰਡੀਨਰੀ ਅਵੇਲੇਬਲ ਨਹੀਂ। ਦੁਨੀਆ ਭਰ ਵਿੱਚ ਬਹੁਤ ਥੋੜੀਆਂ ਜਿਹੀ ਆਰਗੇਨਾਈਜ਼ਡ ਗੈਂਗ ਹੈ ਜਿਨ੍ਹਾਂ ਕੋਲ ਵੈਪਨ ਹੈ, ਲਾਰਜਲੀ ਉਹ ਇੰਟੈਲੀਜੈਂਸ ਏਜੰਸੀਜ਼। ਉਹਨਾਂ ਨੇ ਪਹਿਲਾਂ ਹੀ ਝੂਠ ਬੋਲਤਾ ਕਿ ਫਾਦਰ ਨੇ ਕਹਿਤਾ ਕਿ ਫਾਦਰ ਪਿੱਛੇ ਫੋਲੋ ਕਰ ਰਿਹਾ ਸੀ। ਦੇਖੋ FIR ਝੂਠ ਪਰਸੂਏਡ ਕਰਕੇ ਤੁਸੀਂ ਜਦੋਂ ਖਰਾਬ ਕਰਨਾ ਹੋਵੇ ਕੇਸ ਤਾਂ ਤੁਸੀਂ ਪਹਿਲੇ ਸਟੈਪ ਤੋਂ ਹੀ ਖਰਾਬ ਕਰਨਾ ਸ਼ੁਰੂ ਕਰ। ਪਹਿਲਾਂ ਹੀ ਸਕ੍ਰਿਪਟ ਰੈਡੀ ਸੀ ਮਰਡਰ ਤੋਂ ਪਹਿਲਾਂ ਕਿ ਇਹਦੇ 'ਚ ਕੀ ਲਿਖਾਉਣਾ, ਕਿੱਧਰ ਧਿਆਨ ਦਿਵਾਉਣਾ, ਕਿਹਨਾਂ ਨੂੰ ਅਸੀਂ ਬਲੇਮ ਕਰਨਾ, ਕਿਹਨਾਂ ਨੂੰ ਸਜ਼ਾ ਦਿਵਾਉਣੀ। ਤੁਸੀਂ ਕਿਉਂ ਕੁਛ ਐਸੀ ਗੱਲ ਕਹੋਗੇ ਜਿੱਥੇ ਕਿ ਫਾਦਰ ਨੇ ਨਹੀਂ ਕਿਹਾ ਔਰ ਫਿਰ FIR ਵਿੱਚ ਹੋਇਆ? ਜਦੋਂ ਅਸੀਂ ਉਹਨਾਂ ਨੂੰ ਪੁੱਛਿਆ, ਦੋ ਗਵਾਹਾਂ ਨੂੰ ਜਿਹੜੇ ਜਿੰਦੇ ਬਚ ਗਏ, ਉਹਨਾਂ ਨੇ ਦੋ ਬੰਦਿਆਂ ਨੂੰ ਪਛਾਣਿਆ ਸੀ, ਦੋ ਸ਼ੂਟਰ ਨੂੰ। ਉਹ ਉਹੀ ਦੋ ਸ਼ੂਟਰ ਸੀ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਐਨਕਾਊਂਟਰ ਦੇ ਵਿੱਚ। ਸਾਡੀ ਗੇਮ ਖਤਮ ਹੋ ਗਈ। ਦੋ ਹੀ ਬੰਦੇ ਪਛਾਣੇ ਗਏ, ਦੋ ਹੀ ਬੰਦੇ ਐਨਕਾਊਂਟਰ ਹੋ ਗਿਆ। ਜਿਨ੍ਹਾਂ ਨੇ ਕੰਟਰੈਕਟ ਦਿੱਤਾ ਸੀ ਉੱਥੇ ਕਿਵੇਂ ਪਹੁੰਚ ਜਾਓਗੇ? ਕਿ ਚੀਫ ਮਿਨਿਸਟਰ ਨੂੰ ਕੋਈ ਮਿਸਗਾਈਡ ਕਰ ਜਾਏ ਕਿ ਗੋਲਡੀ ਬਲੱਡ ਅਰੈਸਟ ਹੋ ਗਿਆ, ਗੋਲਡੀ ਬਲੱਡ ਅਰੈਸਟ ਨਾ ਹੋਇਆ। ਤੇ ਸੋਚੋ ਨਾ ਕਿਹੋ ਜਿਹਾ ਪ੍ਰੋਟੈਕਸ਼ਨ ਹੈ। ਕਿਹੜਾ ਬੰਦਾ ਚੀਫ ਮਿਨਿਸਟਰ ਨੂੰ ਗਲਤ ਇਨਫੋਰਮੇਸ਼ਨ ਦੇ? ਲਾਰੈਂਸ ਬਿਸ਼ਨੋਈ ਇਜ਼ ਕਲੀਅਰਲੀ ਜਿਹੜਾ ਕਸਟਡੀ ਵਿੱਚ ਹੋਵੇ ਉਹਦੀ ਇੰਟਰਵਿਊ ਆ ਰਿਹਾ ਤਾਂ ਕਲੀਅਰਲੀ ਉਹ ਮੈਨੀਪੂਲੇਟਡ ਇੰਟਰਵਿਊ ਨਹੀਂ ਹੋਏਗੀ। ਏਕਾ ਕੇ ਰੱਖ ਲਓ, ਯੂਨਿਟੀ ਰੱਖ ਲਓ। ਇੱਥੇ ਜਿੱਦਣ ਪੋਲਰਾਈਜੇਸ਼ਨ ਹੋ ਗਈ, ਹਿੰਦੂ ਸਿੱਖ ਅਲੱਗ ਹੋ ਗਏ, ਉਦੋਂ ਹੀ ਪੰਜਾਬ ਦੀ ਪਾਵਰ ਖਤਮ ਹੋ ਜਾਂਦੀ ਨੇ। NSA ਕਿੰਨੀ ਦੇਰ ਬਾਅਦ ਪੰਜਾਬ ਵਿੱਚ ਲੱਗਿਆ? ਕਈ ਸਾਲਾਂ ਬਾਅਦ। ਬਹੁਤ ਜ਼ਿਆਦਾ ਬੰਦੇ ਜਦੋਂ ਐਮਰਜੈਂਸੀ ਤੋਂ ਬਾਅਦ ਅੱਜ ਲੱਗਾ। ਜਿਹੜੀ ਇੰਨੀ ਤੁਹਾਡੇ ਕੋਲ ਫੋਰਸ ਹੈ, ਇੰਨੀ ਜ਼ਿਆਦਾ ਪਰਸੁਏਸਿਵ ਹੈ ਕਿ ਸਾਰਾ ਹਿੰਦੁਸਤਾਨ ਨਾਲ ਚੱਲਣ ਨੂੰ ਤਿਆਰ ਹੈ, ਪਰ ਤੁਸੀਂ ਤਾਂ ਉਹਨਾਂ ਸਾਹਮਣੇ ਤਲਵਾਰ ਦਿਖਾਉਣ ਲੱਗ ਪੈਂਦੇ। ਲੱਗਦਾ ਹੈ, ਮੈਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਕਿੱਥੇ ਹੈ, ਕੀ ਹੈ, ਕਿਹਦੀ ਗੱਲ, ਬਟ ਇਹੀ ਲੱਗਦਾ ਹੈ ਕਿ ਫਾਈਨਲੀ ਦਿੱਲੀ ਪੁਲਿਸ ਜਾਂ ਕੋਈ ਹੋਰ ਸੈਂਟਰਲ ਏਜੰਸੀ ਪੇਸ਼ ਕਰਦਾ ਕਿ ਦੇਖੋ ਜੀ ਅਸੀਂ ਪੇਸ਼ ਕਰਤਾ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ। ਪੰਜਾਬ ਦੇ ਜੇ ਮੌਜੂਦਾ ਹਾਲਾਤਾਂ ਦੀ ਗੱਲ ਕਰਦੇ ਹਾਂ, ਸਭ ਨੂੰ ਪਤਾ ਹੀ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ ਵੀ ਕੀ ਕੁਝ ਚੱਲ ਰਿਹਾ ਜਾਂ ਕੀ ਕੁਝ ਹੋ ਰਿਹਾ ਗਾ। ਪਰ ਦੂਸਰੇ ਪਾਸੇ ਨੌਜਵਾਨਾਂ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਗੀਆਂ। ਹਾਲਾਂਕਿ ਜੇ ਅਸੀਂ ਪੰਜਾਬ ਪੁਲਿਸ ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਹਿ ਦਿੱਤਾ ਗਾ ਵੀ ਅਸੀਂ 150 ਤੋਂ ਜਿਹੜੇ ਉੱਪਰ ਨੌਜਵਾਨ ਆ ਉਹਨਾਂ ਨੂੰ ਛੱਡ ਰਹੇ ਹਾਂ, 30 ਨੂੰ ਅਸੀਂ ਛੱਡਣਾ ਨਹੀਂ। ਪਰ ਉੱਥੇ ਗੱਲ ਆਉਂਦੀ ਆ NSA ਦੀ, ਜਿਹੜੇ ਨੌਜਵਾਨਾਂ ਦੇ ਉੱਤੇ NSA ਲੱਗਿਆ ਗਾ ਜਾਂ ਜਿਹੜੇ ਹਾਲਾਤ ਬਣਾਏ ਜਾ ਰਹੇ ਆ, ਇਹ ਕਿੱਧਰ ਨੂੰ ਇਸ਼ਾਰਾ ਕਰ ਰਿਹਾ। ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਵਕੀਲ ਨੇ RS ਬੈਂਸ। ਬੈਂਸ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬੈਂਸ ਸਾਹਿਬ, ਤੁਹਾਨੂੰ ਕੀ ਲੱਗ ਰਿਹਾ ਜਿਹੜਾ ਕੁਝ ਪਿਛਲੇ ਦਿਨਾਂ ਦੇ ਵਿੱਚ ਚੱਲ ਰਿਹਾ ਗਾ, 3 ਦਿਨ ਇੰਟਰਨੈਟ ਬੰਦ ਰਿਹਾ ਗਾ, ਸਾਰੀਆਂ ਚੀਜ਼ਾਂ ਇਹ ਕਿੱਧਰ ਨੂੰ ਇਸ਼ਾਰਾ ਕਰ ਰਹੀਆਂ ਨੇ? ਇਹ ਇਸ਼ਾਰਾ ਕਰ ਰਹੀ ਹੈ ਕਿ ਅਸੀਂ ਬਹਾਨਾ ਦੇਤਾ, ਮੌਕਾ ਦੇਤਾ ਸੈਂਟਰਲ ਕੇਂਦਰੀ ਸਰਕਾਰ ਨੂੰ ਜੀ, ਸਟੇਟ ਗਵਰਨਮੈਂਟ ਨੂੰ ਕਿ ਤੁਸੀਂ ਇੰਟਰਨੈਟ ਬੰਦ ਕਰੋ, ਤੁਸੀਂ ਮੁੰਡਿਆਂ ਨੂੰ ਪਕੜੋ, ਕੇਸ ਚਲਾਓ। NSA ਕਿੰਨੀ ਦੇਰ ਬਾਅਦ ਪੰਜਾਬ ਵਿੱਚ ਲੱਗਿਆ ਜੀ। ਨੈਸ਼ਨਲ ਸਿਕਿਉਰਿਟੀ ਐਕਟ ਮੀਨਸ ਪ੍ਰੀਵੈਂਟਿਵ ਡਿਟੈਂਸ਼ਨ ਜੀ। ਤੇ ਕਈ ਸਾਲਾਂ ਬਾਅਦ ਬਹੁਤ ਜ਼ਿਆਦਾ ਬੰਦੇ ਜਦੋਂ ਐਮਰਜੈਂਸੀ ਤੋਂ ਬਾਅਦ ਅੱਜ ਲੱਗਾ NSA। ਪਹਿਲਾਂ ਟਾਡਾ ਹੁੰਦਾ ਸੀ, ਪੋਟਾ ਹੁੰਦਾ ਸੀ, ਪਰ NSA ਨਹੀਂ ਸੀ ਦੇਖਿਆ ਜੀ। ਤਾਂ ਇਸ ਵਾਰ NSA ਇਹਦਾ ਇਸਤੇਮਾਲ ਹੋਇਆ ਜੀ। ਤਾਂ ਕਲੀਅਰਲੀ ਤੁਸੀਂ ਬਹੁਤ ਵੱਡਾ ਅਸੀਂ ਮੌਕਾ ਦੇ ਦਿੱਤਾ ਸੈਂਟਰਲ ਗਵਰਨਮੈਂਟ ਨੂੰ ਡਿਮੋਨਾਈਜ਼ ਕਰਨ ਲਈ ਸਿੱਖ ਕਮਿਊਨਿਟੀ ਨੂੰ ਜੀ। ਔਰ ਉਹਨਾਂ ਦੀ ਪੋਲੀਟਿਕਸ 'ਚ ਬਹੁਤ ਸੋਹਣਾ ਫਿੱਟ ਬਹਿੰਦਾ ਹੈ ਕਿ ਪੰਜਾਬ ਦੇ ਵਿੱਚ ਬਾਕੀ ਤਾਂ ਜਗ੍ਹਾ 'ਤੇ ਉਹਨਾਂ ਨੇ ਹਿੰਦੂ ਮੁਸਲਿਮ ਪੋਲਰਾਈਜ਼ ਕਰਕੇ ਐਡਵਾਂਟੇਜ ਲੈ ਲਈ, ਇਲੈਕਟੋਰਲ ਐਡਵਾਂਟੇਜ ਜੀ। ਪੰਜਾਬ ਵਿੱਚ ਹਿੰਦੂ ਮੁਸਲਮਾਨ ਨਹੀਂ ਸੀ ਚੱਲਣਾ ਜੀ, ਅਤੇ ਇੱਥੇ ਹਿੰਦੂ ਸਿੱਖ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਅਨਫੋਰਚੂਨੇਟਲੀ ਜਿਹੜੇ ਸਾਡੇ ਸੋ ਕਾਲਡ ਯੂਥ ਲੀਡਰਸ ਹੈ ਜੀ, ਉਹਨਾਂ ਨੇ ਪੂਰਾ ਉਹਦੇ 'ਚ ਹਿੱਸਾ ਪਾਇਆ। ਨਾ ਸਮਝੀ ਨਾ ਕਹਿ ਸਕਦੇ ਹੋ, ਬੇਵਕੂਫੀ ਮੈਂ ਕਹਿ ਸਕਦਾ ਉਹਨਾਂ ਦੀ ਜੀ। ਉਹਨਾਂ ਦੀ ਤਜਰਬੇ ਦਾ ਬਿਲਕੁਲ ਅਨਾੜੀ ਕਹਿ ਲਓ ਜੀ, ਮਗਰ ਲੋਕਤੰਤਰ ਦੀ ਪੋਲੀਟਿਕਸ ਦਾ ਉਹਨਾਂ ਨੂੰ ਕੋਈ ਅੰਡਰਸਟੈਂਡਿੰਗ ਨਹੀਂ ਸੀ। ਡੈਮੋਕ੍ਰੇਸੀ ਵਿੱਚ ਕਿਵੇਂ ਤੁਸੀਂ ਡਿਮਾਂਡਸ ਆਰਟੀਕੂਲੇਟ ਕਰਨੀਆਂ ਜੀ, ਕਿਵੇਂ ਤੁਸੀਂ ਨੈਰੇਟਿਵ ਸੈੱਟ ਕਰਨਾ ਜੀ, ਡੈਮੋਕ੍ਰੇਸੀ ਦੇ ਰੂਲਸ ਕਿੰਨੇ ਅਲੱਗ ਹੁੰਦੇ ਨੇ। ਇੱਥੇ ਤੁਸੀਂ ਉਹ ਭਾਸ਼ਾ ਬੋਲ ਹੀ ਨਹੀਂ ਸਕਦੇ ਜਿਹੜੀ ਇੱਕ ਲੜਾਈ ਦੀ ਭਾਸ਼ਾ ਹੁੰਦੀ ਹੈ, ਮੈਦਾਨ ਦੀ ਭਾਸ਼ਾ ਹੁੰਦੀ ਹੈ। ਜਦੋਂ ਤੁਸੀਂ ਬਿਲਕੁਲ ਈਵ ਆਫ ਮਹਾਭਾਰਤ ਦੇ ਜੰਗ ਵਿੱਚ ਤਾਂ ਖੜੇ ਹੋ ਤਾਂ ਤੁਸੀਂ ਖੂਨ ਬਹਾਉਣਾ, ਉਹ ਭਾਸ਼ਾ ਤੁਸੀਂ ਡੈਮੋਕ੍ਰੇਸੀ ਵਿੱਚ ਆਮ ਡਿਮਾਂਡਸ ਲਈ ਨਹੀਂ ਵਰਤ ਸਕਦੇ ਜੀ। ਅਤੇ ਪੰਜਾਬ ਦੇ ਰੀਅਲ ਪ੍ਰੋਬਲਮਸ ਕੀ ਹੈ, ਕੀ ਪਿਛਲੇ 6 ਮਹੀਨੇ ਤੋਂ ਅਸੀਂ ਆਰਟੀਕੂਲੇਟ ਕਰ ਰਹੇ ਹਾਂ, ਕੀ ਅਸੀਂ ਡਿਮਾਂਡ ਕਰ ਰਹੇ ਹਾਂ,
ਉਹਦੇ ਵਿੱਚ ਬੜਾ ਈਜ਼ੀ ਹੋ ਗਿਆ ਸਰਕਾਰ ਨੂੰ। ਜਾਂ ਮੈਂ ਤਾਂ ਚਾਹੁੰਦਾ, ਮੈਨੂੰ ਤਾਂ ਲੱਗਦਾ ਕਿ ਸੈਂਟਰਲ ਗਵਰਨਮੈਂਟ ਨੂੰ ਬੜਾ ਜਿਸ ਤਰ੍ਹਾਂ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਸੀ ਬਦਨਾਮ ਕਰਨ ਦੀ, ਜੀ, ਖਾਲਿਸਤਾਨ ਦੇ ਨਾਮ 'ਤੇ ਵੀ, ਗੈਂਗਸਟਰਸ ਦੇ ਨਾਮ 'ਤੇ ਵੀ, ਮਗਰ ਉੱਥੇ ਲੀਡਰਸ਼ਿਪ ਨੇ ਮੈਚੋਰਿਟੀ ਦਿਖਾਈ ਸੀ। ਕੋਈ ਹਰ ਮੌਕਾ ਉਹਨਾਂ ਨੇ ਸਾਂਭਿਆ। ਇੱਥੇ ਉਹੀ ਚੀਜ਼ ਸਾਂਭ ਨਹੀਂ ਸਕੇ। ਹੁਣ ਰੈਸਟ ਆਫ ਇੰਡੀਆ ਦੇਖੋ ਨਾ, ਦੂਸਰਾ ਬਾਕੀ ਹਿੰਦੁਸਤਾਨ ਕੀ ਸੋਚ ਰਿਹਾ। ਉਹ ਸੋਚ ਰਿਹਾ ਜਦੋਂ ਇੰਟਰਨੈਟ ਬੰਦ ਹੋ ਜਾਂਦਾ ਹੈ, ਜਦੋਂ ਬੰਦਾ ਐਡੀ ਵੱਡੀ ਪੁਲਿਸ ਫੋਰਸ ਤੋਂ ਛੱਡ ਕੇ ਭੱਜ ਜਾਂਦਾ ਹੈ, ਤਾਂ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਦਾ ਜੀ। ਉਹਦਾ ਫਾਇਦਾ ਕਿਹਨੂੰ ਹੋ ਰਿਹਾ? ਉਹਦਾ ਫਾਇਦਾ ਜਿਸ ਤਰ੍ਹਾਂ ਨੈਰੇਟਿਵ ਸੈੱਟ ਕਰ ਰਿਹਾ ਹੈ ਕਿ ਅਸੀਂ ਸੇਵੀਅਰ ਹੈ ਹਿੰਦੁਸਤਾਨ ਦੇ, ਸਾਡੇ ਘਰ ਹੀ ਹਿੰਦੁਸਤਾਨ ਬਚ ਸਕਦਾ। ਪਹਿਲਾਂ ਉਹਨਾਂ ਨੇ ਇੱਕ ਐਡੀ ਵੱਡੀ ਕਮਿਊਨਿਟੀ ਨੂੰ ਡਿਮੋਨਾਈਜ਼ ਕੀਤਾ, ਮੁਸਲਿਮ ਨੂੰ, ਕਿ ਦੇਸ਼ ਨੂੰ ਖਤਰਾ ਮੁਸਲਮਾਨਾਂ ਤੋਂ ਜੀ। ਸਿੱਖ ਕਿਉਂਕਿ ਵੋਕਲ ਹੈ, ਸਿੱਖ ਦਾ ਪਹਿਚਾਣ ਅਲੱਗ ਹੈ, ਸੋ ਬੜੀ ਜਲਦੀ ਇਹ ਕਹਿਣਾ ਕਿ ਇਹ ਵੀ ਖਤਰਾ ਦੇਸ਼ ਲਈ ਜੀ। ਤੇ ਜਦੋਂ ਮਿਨੋਰਿਟੀ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੀ ਹੈ ਤਾਂ ਫਿਰ ਵਿਕਟਿਮ ਬਣਦੀ ਹੈ। ਮਿਨੋਰਿਟੀ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਉਹਨੂੰ ਬੜੀ ਸਮਝਦਾਰ ਨਾਲ ਚੱਲਣਾ ਪੈਂਦਾ। ਉਹਨੂੰ ਕਿਤੇ ਜ਼ਿਆਦਾ ਅਲਰਟ ਤਰੀਕੇ ਨਾਲ ਆਪਣੀਆਂ ਡਿਮਾਂਡ ਰੱਖਣੀਆਂ ਪੈਂਦੀਆਂ। ਜੇ ਉਹ ਬਿਲਕੁਲ ਉਹਨਾਂ ਦੇ ਤਰੀਕੇ ਨਾਲ ਉਹ ਤੁਹਾਨੂੰ ਪ੍ਰਵੋਕ ਕਰਦੇ ਨੇ ਜੀ, ਅਤੇ ਤੁਸੀਂ ਪ੍ਰਵੋਕ ਹੋ ਕੇ ਜੇ ਲਾਸਟ ਲੜਾਈ ਦੀ ਗੱਲਾਂ ਕਰਨ ਲੱਗ ਪਾਓ, ਅਲੱਗ ਖਾਲਿਸਤਾਨ ਦੀ ਗੱਲ ਕਰਨ ਲੱਗ ਪਾਓ, ਦੇਸ਼ ਤੋੜਨ ਦੀ ਗੱਲ ਕਰ ਲਓ, ਅਤੇ ਉਹ ਤਾਂ ਚਾਹੁੰਦੇ ਆ ਕਿਉਂਕਿ ਉਸ ਹਿਸਾਬ ਨਾਲ ਉਹਨੂੰ ਬੜੀ ਈਜ਼ੀਲੀ ਮੈਨੇਜ ਕਰ ਸਕਦੇ ਤੁਹਾਨੂੰ, ਔਰ ਇਹਨਾਂ ਨੇ ਕਰ ਲਿਆ। ਤੁਸੀਂ ਦੇਖੋ ਜਿਹੜੇ ਵੈਬਸਾਈਟ ਬੰਦ ਹੋਏ ਨੇ, ਜਿਹੜਾ ਵਪਾਰ ਦਾ ਲਾਸ ਹੋਇਆ, ਜਿਹੜੇ ਸਾਰੇ ਵੈਬਸਾਈਟ ਉਹ ਵੀ ਬੰਦ ਹੋਏ ਨੇ ਜਿਹੜੇ ਕਿ ਕਿਸਾਨ ਅੰਦੋਲਨ ਵੇਲੇ ਬੜੇ, ਔਰ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਸਿੱਖ ਪੋਲੀਟਿਕਸ ਨਾਲ। ਉਹਨਾਂ ਨੇ ਉਹਨਾਂ ਦਾ ਬਹਾਨਾ ਇਸਤੇਮਾਲ ਕੀਤਾ ਜੀ। ਅੰਮ੍ਰਿਤਪਾਲ ਦੇ ਅਸਕੇਪ ਦਾ ਜਾਂ ਅੰਮ੍ਰਿਤਪਾਲ ਦੇ ਕੰਪੇਨ ਦਾ ਇੱਕ ਬਹਾਨਾ ਇਸਤੇਮਾਲ ਕਰਕੇ ਉਹਨਾਂ ਨੇ ਪੰਜਾਬ ਐਜ਼ ਅ ਹੋਲ ਨੂੰ ਡੈਮੇਜ ਕੀਤਾ। ਉੱਥੇ ਵੌਇਸ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਔਰ ਸਭ ਦੀ, ਇਕੱਲੇ ਅੰਮ੍ਰਿਤਪਾਲ ਦੇ ਗਰੁੱਪ ਦੀ ਨਹੀਂ ਜਾਂ ਅੰਮ੍ਰਿਤਪਾਲ ਦੀ ਪਾਰਟੀ ਦੀ ਨਹੀਂ, ਸਭ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਵਕੀਲਾਂ ਨੂੰ ਵੀ ਤੁਸੀਂ ਬੰਦ ਕਰ ਰਹੇ ਹੋ। ਤਾਂ ਉਸ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਪੋਲੀਟਿਕਸ ਆਫ ਪੰਜਾਬ ਹੈ ਜਾਂ ਨੈਸ਼ਨਲ ਪੋਲੀਟਿਕਸ ਹੈ, ਉਹਦੇ ਵਿੱਚ ਤੁਸੀਂ ਅਗੇਨ ਇਸਤੇਮਾਲ ਹੋ ਗਏ। ਤੁਹਾਨੂੰ ਲੱਗਦਾ ਬੈਂਸ ਸਾਹਿਬ, ਮੈਂ ਮਾਫੀ ਚਾਹੂੰਗਾ ਤੁਹਾਨੂੰ ਰੋਕ ਰਿਹਾ ਹੈਗਾ, ਤੁਹਾਨੂੰ ਲੱਗਦਾ ਵੀ ਇਹ ਸਾਰਾ ਕੁਝ ਵੋਟ ਬੈਂਕ ਦੀ ਰਾਜਨੀਤੀ ਲਈ, ਉਹਦੇ ਲਈ ਹੀ ਸਾਰਾ ਕੁਝ ਕੀਤਾ ਜਾ ਰਿਹਾ ਹੈਗਾ? ਵੋਟ ਬੈਂਕ ਦੀ ਰਾਜਨੀਤੀ ਤਾਂ ਕਲੀਅਰ ਹੀ ਹੈ ਨਾ, ਕਿਉਂਕਿ ਦੇਖੋ ਜਦੋਂ ਸਾਰਾ ਮੁਲਕ ਉਹ ਗੀਅਰਡ ਹੈ ਫॉर 2024 ਜੀ। ਅਯੋਧਿਆ ਮੰਦਰ ਕਦੋਂ ਕੰਪਲੀਟ ਹੋ ਰਿਹਾ? 2023 ਦੇ ਵਿੱਚ, ਈਵ ਆਫ ਇਲੈਕਸ਼ਨ ਜੀ। ਸਾਰੇ ਦੇਸ਼ ਵਿੱਚ ਕੰਪੇਨ ਕੀ ਚਲਾਇਆ ਜਾ ਰਿਹਾ, ਕਸ਼ਮੀਰ ਦੇ ਵਿੱਚ ਉਹ ਬਣ ਜਾਣਗੇ, ਸਾਰਾ ਕੁਝ 2024 ਤੇ ਗੀਅਰਡ ਹੈ। ਉਹ ਕਿਉਂ ਗੀਅਰਡ ਹੈ? ਤੁਸੀਂ ਕਹੋ ਸੁਪਰੀਮ ਕੋਰਟ ਦੇ ਖਿਲਾਫ ਕਿੰਨਾ ਕੰਪੇਨ ਹੈ, ਜੁਡੀਸ਼ਰੀ ਦੇ ਖਿਲਾਫ ਕਿੰਨਾ ਕੰਪੇਨ ਹੈ। ਜੇ ਤੁਸੀਂ ਅੱਜ ਇਸ ਦੇਸ਼ ਦੇ ਡੈਮੋਕ੍ਰੇਸੀ ਨੂੰ ਬਦਲਣਾ ਚਾਹੁੰਦੇ ਹੋ, ਔਰ ਉਹ ਕੋਈ ਸ਼ੱਕ ਦੀ ਗੱਲ ਨਹੀਂ ਹੈ, ਉਹ ਤਾਂ ਕਹਿ ਰਹੇ ਨੇ, ਰਾਸ਼ਟਰੀ ਸਵੈਪ ਸੇਵਕ ਸੰਘ ਮੈਜੋਰਟੀ ਕਮਿਊਨਿਟੀ ਦਾ ਨਾਮ ਲੈ ਕੇ ਇਹ ਸਪਸ਼ਟ ਹੀ ਕਹਿ ਰਿਹਾ ਕਿ ਇਹ ਸੰਵਿਧਾਨ ਨੂੰ ਅਸੀਂ ਬਦਲਣਾ। ਸੰਵਿਧਾਨ ਨੂੰ ਬਦਲਣਾ ਕਿਸ ਤਰੀਕੇ ਨਾਲ? ਇੱਕ ਤਾਂ ਹੁੰਦਾ ਕਿ ਸੰਵਿਧਾਨ ਨੂੰ ਤੁਸੀਂ ਚੰਗਾ ਕਰਨਾ, ਇੱਕ ਹੁੰਦਾ ਕਿ ਸੰਵਿਧਾਨ ਦੀ ਜਿਹੜੀ ਬੇਸਿਕ ਜਿਹੜਾ ਕਰੈਕਟਰ ਹੈ, ਜਿਹੜਾ ਕਿ ਸੈਕੂਲਰ ਹੈ, ਸਾਰੇ ਧਰਮਾਂ ਨੂੰ ਇਕੁਅਲ ਕਰਦਾ, ਉਹਨੂੰ ਬਦਲਣਾ ਚਾਹੁੰਦੇ ਨੇ। ਉਹਦੇ ਬਦਲਣ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਹਨੂੰ ਹੋਏਗਾ? ਮਿਨੋਰਟੀਜ਼ ਨੂੰ ਜੀ। ਜੋ ਤੁਸੀਂ ਮੈਜੋਰਟੇਰੀਅਨ ਏਜੰਡੇ ਨਾਲ ਇੱਕ ਮੁਲਕ ਚਲਾਉਣਾ ਚਾਹੁੰਦੇ ਨੇ, ਤਾਂ ਉਹਨਾਂ ਨੂੰ ਉਹ ਵੀ ਬੁਰੇ ਲੱਗਦੇ ਨੇ, ਉਹਨਾਂ ਨੂੰ ਜੁਡੀਸ਼ਰੀ ਵੀ ਬੁਰੀ ਲੱਗਦੀ ਹੈ, ਉਹਨਾਂ ਨੂੰ ਸੁਪਰੀਮ ਕੋਰਟ ਵੀ ਬੁਰੇ ਲੱਗਦੇ ਨੇ। ਤੁਸੀਂ ਸੋਚ ਸਕਦੇ ਹੋ ਦੇਸ਼ ਦਾ ਲਾਅ ਮਿਨਿਸਟਰ ਕਵੇ ਕਿ ਜਿਹੜੇ ਸਾਡੇ ਸੁਪਰੀਮ ਕੋਰਟ ਦੇ ਰਿਟਾਇਰਡ ਜੱਜਿਸ ਹੈ, ਉਹਨਾਂ ਨੇ ਐਂਟੀ ਨੈਸ਼ਨਲ ਹੈ, ਉਹਨਾਂ ਨੇ ਗੈਂਗ ਬਣਾਇਆ ਦੇਸ਼ ਦੇ ਐਗਜ਼ੈਕਟਿਵ ਦੇ ਖਿਲਾਫ। ਸਰਕਾਰ ਦੇ ਮਿਨਿਸਟਰ ਦੇ ਮੂੰਹ ਇਹੋ ਜਿਹੇ ਸ਼ਬਦ ਸੁਣ ਲੈਣ, ਔਰ ਤੁਸੀਂ ਸੋਚ ਸਕਦੇ ਹੋ ਕਿ ਕਿਹਨੂੰ ਜਿਹੜਾ ਵੀ ਉਹਨਾਂ ਦੇ ਖਿਲਾਫ ਓਪੀਨੀਅਨ ਰੱਖਦਾ ਹੈ, ਉਹਨੂੰ ਉਹ ਐਂਟੀ ਨੈਸ਼ਨਲ ਸਮਝਦੇ ਨੇ, ਦੇਸ਼ ਦੇ ਖਿਲਾਫ, ਆਪਣੇ ਆਪ ਨੂੰ ਦੇਸ਼ ਸਮਝਦੇ ਨੇ। ਔਰ ਜਦੋਂ ਕੋਈ ਵੀ ਸਰਕਾਰ ਆਪਣੇ ਆਪ ਨੂੰ ਦੇਸ਼ ਸਮਝ ਲੈਂਦੀ ਹੈ, ਉਹ ਦੇਸ਼ ਲਈ ਖਤਰਾ ਬਣ ਜਾਂਦੀ ਹੈ। ਔਰ ਸਿੱਖਾਂ ਦੀ ਇੱਕੋ ਹੀ ਪ੍ਰੋਬਲਮ ਹੈ, ਪੰਜਾਬ ਦੀ ਇੱਕੋ ਹੀ ਪ੍ਰੋਬਲਮ ਹੈ ਕਿ ਇੱਕੋ ਹੀ ਤਰੀਕੇ ਨਾਲ ਪੰਜਾਬ ਆਪਣੇ ਡਿਮਾਂਡਸ ਨੂੰ ਐਕਸੈਪਟ ਕਰ ਸਕਦਾ ਜਾਂ ਪ੍ਰੋਸਪਰ ਹੋ ਸਕਦਾ ਜੇ ਤੁਸੀਂ ਸਿੰਪਲੀ ਏਕਾ ਕੇ ਰੱਖ ਲਓ, ਯੂਨਿਟੀ ਰੱਖ ਲਓ। ਇੱਥੇ ਜਿੱਦਣ ਪੋਲਰਾਈਜੇਸ਼ਨ ਹੋ ਗਈ, ਹਿੰਦੂ ਸਿੱਖ ਅਲੱਗ ਹੋ ਗਏ, ਉਦੋਂ ਹੀ ਪੰਜਾਬ ਦੀ ਪਾਵਰ ਖਤਮ ਹੋ ਜਾਂਦੀ ਨੇ। ਜੇ ਤੁਸੀਂ ਇੱਕ ਵੱਡੀ ਅਚੀਵਮੈਂਟ ਸ਼੍ਰੋਮਣੀ ਅਕਾਲੀ ਦਲ ਦੀ ਸੀ ਕਿ ਉਹ, ਮੈਂ ਬਾਦਲ ਸਾਹਿਬ ਦੀ ਗੱਲ ਕਰ ਰਿਹਾ ਜੀ, ਉਹ ਇਹ ਸੀ ਕਿ ਜਿੰਨਾ ਮਰਜ਼ੀ ਹੋਣ ਤੇ ਪੰਜਾਬ ਕਮਿਊਨਿਟੀ ਕਦੇ ਡਿਵਾਈਡ ਨਹੀਂ ਹੋਇਆ, ਈਵਨ ਦਾ ਵਰਸਟ ਡੇ ਵਿੱਚ ਡਿਵਾਈਡ ਨਹੀਂ ਹੋਇਆ। ਹੁਣ ਉਹੀ ਚੀਜ਼ ਇਸ ਗਵਰਨਮੈਂਟ ਨੇ ਆਸਾਨੀ ਨਾਲ ਕਰ ਲਈ ਹੈ, ਕਿਉਂਕਿ ਉਹਨਾਂ ਨੇ ਆਪ ਗਵਰਨਮੈਂਟ ਨੂੰ ਵੀ ਐਮਬੈਰਸ ਕਰਨਾ। ਸੋ ਇਸ ਕਰਕੇ ਉਹਨਾਂ ਲਈ ਇੱਕ ਚੀਜ਼ ਬਿਲਕੁਲ ਫਿੱਟ ਪੈ ਰਹੀ ਹੈ।
और वो ਜਿਹੜਾ और पॉलिटिक्स ਤਾਂ ਪੁਰਾਣੀ ਹੈ 40 ਸਾਲ ਪੁਰਾਣੀ ਕਿ 40% ਹਿੰਦੂਆਂ ਨੂੰ ਡਰਾ ਕੇ ਕਿੱਦਾਂ ਇੱਕ ਪਾਸੇ ਇੱਕ ਧੜਾ ਬਣਾਉਣਾ ਜੀ ਤੇ ਉਹ ਡਰਾਉਣਾ ਆਸਾਨ ਦਾ ਇੱਕ ਤਰੀਕਾ 10 ਬੰਦੇ ਇਕੱਠੋ ਕਰੋ ਬੰਦੂਕਾਂ ਦੇ ਲਾਇਸੈਂਸ ਦਿਓ ਉਹ ਐਕਸਟ੍ਰੀਮ ਗੱਲਾਂ ਕਰਨ ਔਰ ਬਾਕੀ ਸਾਰਾ ਮੁਲਕ ਡਰ ਜਾਂਦਾ ਕਿਉਂਕਿ ਜਦੋਂ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਜਦੋਂ ਤੁਸੀਂ ਉਹਨੂੰ ਐਂਪਲੀਫਾਈ ਕਰਦੇ ਹੋ ਇਮੇਜਸ ਨੂੰ ਤੇ ਆਮ ਦੇਸ਼ ਨੂੰ ਤਾਂ ਐਂ ਲੱਗਦਾ ਕਿ ਖਰਿਆ ਇਹ ਖਤਰਨਾਕ ਲੋਕ ਨੇ ਸੋ ਜਿਹੜੀ ਤੁਹਾਡੀ ਬਰੇਵਰੀ ਹੈ ਜਿਹੜੀ ਤੁਹਾਡੀ ਡਿਫਾਈਂਸ ਹੈ ਜਿਹੜੀ ਤੁਹਾਡਾ ਕਰੇਜ ਹੈ ਉਹ ਬਿਲਕੁਲ ਇਸਤੇਮਾਲ ਹੁੰਦਾ ਇਨ ਟਰਮਸ ਆਫ ਕਿ ਤੁਸੀਂ ਟੈਰਰ ਕ੍ਰੀਏਟ ਕਰ ਰਹੇ ਹੋ ਹੁਣ ਜੇ ਇਹ ਤਾਂ ਸਾਡੀ ਸਮਝ ਹੋਣੀ ਚਾਹੀਦੀ ਹੈ ਇਹ ਪੁਰਾਣੀ ਗੇਮ ਹੈ ਹਮੇਸ਼ਾ ਹੀ ਸੈਂਟਰਲ ਗਵਰਨਮੈਂਟ ਦੇ ਲੈਵਲ 'ਤੇ ਜਦ ਵੱਡੀ ਜਿਹੜੀ ਮੈਜੋਰਟੇਰੀਅਨ ਪਾਰਟੀਜ਼ ਪੋਲੀਟੀਕਲ ਪਾਰਟੀ ਇਸਤੇਮਾਲ ਕਰਦੀਆਂ ਨੇ ਪੋਲੀਟੀਕਲ ਪਾਰਟੀ ਦੀ ਗੱਲਾਂ ਨੂੰ ਇਸਤੇਮਾਲ ਕਰਦੇ ਨੇ ਹੁਣ ਜੇ ਅਸੀਂ ਇੰਨੀ ਛੋਟੀ ਗੇਮ ਨਹੀਂ ਸਮਝ ਸਕਦੇ ਜਿਹੜੀ ਕਿ ਬਾਰ-ਬਾਰ ਪਲੇ ਕੀਤੀ ਜਾ ਰਹੀ ਹੈ ਅਸੀਂ ਫਿਰ ਉਹਨਾਂ ਦੇ ਜਿਹੜੇ ਜਿੱਦਾਂ ਸ਼ਤਰੰਜ ਦੇ ਖੇਲ ਵਿੱਚ ਫਿਰ ਫਸ ਜਾਂਦੇ ਹਾਂ ਫਿਰ ਸਾਡੇ ਮੁੰਡੇ ਪਿਆਦੇ ਮਗਰ ਸੈਕਰੀਫਾਈਸ ਕੀਤੇ ਜਾਂਦੇ ਨੇ ਔਰ ਤੁਸੀਂ ਹੁਣ ਦੇਖ ਸਕਦੇ ਹੋ ਕਿੰਨੇ ਪਰਿਵਾਰਾਂ ਨੂੰ ਕਿੰਨਾ ਸਫ਼ਰ ਕਰਨਾ ਪਏਗਾ ਜੀ ਚਾਹੇ 112 ਬੱਚੇ ਹੋਣ ਜਾਂ 126 ਬੱਚੇ ਹੋਣ ਕਿਸੇ ਨੂੰ ਅਸਾਮ ਜੇਲ੍ਹ ਵਿੱਚ ਉਹਨਾਂ ਨੂੰ ਛਡਾਉਣ ਲਈ ਤੁਹਾਨੂੰ 2-2 4 ਸਾਲ ਲੱਗਣਗੇ ਉਹਨੇ ਪਰਿਵਾਰ ਬਰਬਾਦ ਹੋਣਗੇ ਔਰ ਪੋਲੀਟੀਕਲੀ ਅਸੀਂ ਗੇਨ ਕੀ ਕੀਤਾ ਪੋਲੀਟੀਕਲੀ ਕਿਹੜੀ ਡਿਮਾਂਡ ਅਸੀਂ ਇੱਕ ਸਟੈਪ ਵੀ ਅੱਗੇ ਆਏ ਪੰਜਾਬ ਦੀ ਪ੍ਰੋਸਪੈਰਿਟੀ ਪੰਜਾਬ ਦਾ ਮੁੱਦਾ ਪਾਣੀ ਨਾਲ ਇੰਨਾ ਜੁੜਿਆ ਹੈ ਕਿ ਸਾਡੀ ਸਾਰੀ ਪ੍ਰੋਸਪੈਰਿਟੀ ਪਾਣੀ ਦੇ ਮੁੱਦੇ 'ਤੇ ਹੈ ਇੱਕ ਸ਼ਬਦ ਵੀ ਪਾਣੀ ਦੀ ਗੱਲ 'ਤੇ ਨਹੀਂ ਆਈ ਜਿਸ ਦਿਨ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਸੀ ਕਿ ਪਾਣੀ ਦੇ ਮੁੱਦੇ 'ਤੇ ਅਸੀਂ ਅੰਦੋਲਨ ਕਰਾਂਗੇ ਉਸ ਦਿਨ ਹੀ ਦੂਸਰਾ ਅੰਦੋਲਨ ਸ਼ੁਰੂ ਹੋ ਗਿਆ ਸੀ ਉਸ ਦੇ ਨਾਲ ਇਹ ਸਾਰਾ ਹੁਣ ਗੱਲਾਂ ਹੀ ਬਦਲ ਗਈਆਂ ਐਜ਼ ਇਫ ਇਸ਼ੂ ਇਹੀ ਰਹਿ ਗਿਆ ਤੋ ਹੁਣ ਜਦ ਤੁਸੀਂ ਆਪਣੇ ਪੋਲਿਟਿਕਸ ਨੂੰ ਕੰਟਰੋਲ ਵੀ ਨਹੀਂ ਕਰ ਪਾ ਰਹੇ ਤੁਸੀਂ ਦੂਸਰਿਆਂ ਦੀ ਗੇਮ ਵੀ ਨਹੀਂ ਦੇਖ ਪਾ ਰਹੇ ਔਰ ਡੈਮੋਕ੍ਰੇਸੀ ਵੀ ਸਭ ਕੁਝ ਇਹੀ ਹੈ ਇਨਫੋਰਮੇਸ਼ਨ ਦੀ ਗੇਮ ਹੈ ਸਾਰੀ ਇੱਥੇ ਕੋਈ ਹਥਿਆਰਾਂ ਦੀ ਲੜਾਈ ਨਹੀਂ ਹੁੰਦੀ ਡੈਮੋਕ੍ਰੇਸੀ ਤਾਂ ਸਾਰੀ ਇਨਫੋਰਮੇਸ਼ਨ ਦੀ ਗੇਮ ਹੈ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੀ ਮੌਜੂਦਾ ਪੰਜਾਬ ਸਰਕਾਰ ਆ ਉਹ ਵੀ ਕਿਤੇ ਨਾ ਕਿਤੇ ਕੋਈ ਟ੍ਰੈਪ ਦੇ ਵਿੱਚ ਆ ਗਈ ਜਿਵੇਂ ਆਪਾਂ ਕਹਿ ਰਹੇ ਹਾਂ ਸਰਕਾਰ ਤਾਂ ਇਨਐਕਸਪੀਰੀਅੰਸ ਹੈ ਉਹਨਾਂ ਨੂੰ ਹਰ ਸੰਭਵ ਨਾਲ ਤੰਗ ਕੀਤਾ ਜਾ ਰਿਹਾ ਯੂਨੀਅਨ ਗਵਰਨਮੈਂਟ ਸੈਂਟਰਲ ਗਵਰਨਮੈਂਟ ਦਿੱਲੀ ਗਵਰਨਮੈਂਟ ਹਰ ਔਰ ਉਹਨਾਂ ਵਿੱਚ ਉਸ ਹਿਸਾਬ ਨਾਲ ਉਹਨਾਂ ਨੇ ਕਨਸਟੀਟਿਊਸ਼ਨ ਵੈਲਿਊ ਸਿਸਟਮ ਨਹੀਂ ਹੈ ਸਰਕਾਰ ਦਾ ਉਹਨਾਂ ਨੇ ਜੇ ਗਵਰਨਰ ਇਸਤੇਮਾਲ ਕਰਨਾ ਤਾਂ ਗਵਰਨਰ ਦਾ ਬੇਸ਼ਰਮੀ ਨਾਲ ਇਸਤੇਮਾਲ ਕਰ ਰਹੇ ਨੇ ਉਹ ਔਰ ਗਵਰਨਰ ਨੇ ਹਰ ਸਟੇਟ ਗਵਰਨਮੈਂਟ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਚਾਹੇ ਤੁਸੀਂ ਮਮਤਾ ਸਰਕਾਰ ਵੈਸਟ ਬੰਗਾਲ ਦੇਖ ਲਓ ਚਾਹੇ ਬਾਕੀ ਜਿੱਥੇ ਆਪੋਜੀਸ਼ਨ ਗਵਰਨਮੈਂਟਸ ਹੈਗੀਆਂ ਚਾਹੇ ਤੁਸੀਂ ਤਮਿਲਨਾਡੂ ਦੇਖ ਲਓ ਉਹਨਾਂ ਦਾ ਰੈਜ਼ੋਲੂਸ਼ਨ ਪਾਸ ਕਰਨਾ ਪਿਆ ਕਿ ਸਾਨੂੰ ਗਵਰਨਰ ਚਾਹੀਦਾ ਨਹੀਂ ਹੈ ਸੋ ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਤੰਗ ਕੀਤਾ ਜਾ ਰਿਹਾ ਉਹਨੂੰ ਜਾਣਦੇ ਨੇ ਕਿ ਇਨਐਕਸਪੀਰੀਅੰਸ ਸਰਕਾਰ ਹੈ ਇਹ ਜਾਣਦੇ ਨੇ ਕਿ ਬਾਰਡਰ ਸਟੇਟ ਕਰਕੇ ਇੱਥੇ ਸਿਕਿਉਰਿਟੀ ਫੋਰਸਿਸ ਦੀ ਬਹੁਤ ਵੱਡੀ ਪ੍ਰੈਜ਼ੈਂਸ ਹੈ ਇੱਥੇ ਬਹੁਤ ਜ਼ਿਆਦਾ ਸਿਕਿਉਰਿਟੀ ਬਜਟ ਇਸਤੇਮਾਲ ਹੁੰਦਾ ਸਰਵੇਲੈਂਸ ਲਈ ਸਭ ਤੋਂ ਜ਼ਿਆਦਾ ਪੰਜਾਬ ਦੇ ਇਸ ਰੀਜਨ ਤੇ ਕਸ਼ਮੀਰ ਕਰਕੇ ਔਰ ਪਾਕਿਸਤਾਨ ਕਰਕੇ ਸਭ ਤੋਂ ਜ਼ਿਆਦਾ ਸਰਵੇਲੈਂਸ ਇੱਥੇ ਹੈ ਸੋ ਸੈਂਟਰਲ ਗਵਰਨਮੈਂਟ ਇੱਕ ਮਿੰਟ ਦੀ ਖਬਰ ਹੈ ਔਰ ਉਹ ਇਸ ਏਰੀਆ ਨੂੰ ਆਪਣੇ ਸਾਹਮਣੇ ਕੰਟਰੋਲ ਕਰਨਾ ਚਾਹੁੰਦੇ ਨੇ ਔਰ ਤੁਸੀਂ ਇੱਕ ਆਇਡੈਂਟੀਫਾਈਡ ਮਿਨੋਰਿਟੀ ਹੋ ਔਰ ਜੇ ਤੁਸੀਂ ਸਮਝਦਾਰੀ ਨਾਲ ਨਹੀਂ ਚੱਲੋਗੇ ਤਾਂ ਤੁਸੀਂ ਅਲਟੀਮੇਟਲੀ ਸ਼ਤਰੰਜ ਦੇ ਪਿਆਦੇ ਮਗਰ ਹੀ बार सैक्रिफाइस होंगे और हो रहे हो जी तो ये गेम शांति ਨਾਲ ਸਮਝ ਜਾ ਸਕਦੀ ਹੈ ਇਹ ਕਦੇ ਵੀ ਐਕਸਟ੍ਰੀਮ ਸਲੋਗਨ ਨਾਲ ਇਹ ਗੇਮ ਅੱਗੇ ਨਹੀਂ ਵਧਦੇ ਤੁਸੀਂ ਇਸਤੇਮਾਲ ਹੁੰਦੇ ਤੁਸੀਂ ਹਮੇਸ਼ਾ ਸੈਕਰੀਫਿਸ਼ੀਅਲ ਪੌਨਸ ਬਣਦੇ ਹੋ ਤੋ ਇਸ ਕਰਕੇ ਜਿਹੜੀ ਐਕਸਟ੍ਰੀਮ ਡਿਮਾਂਡਸ ਦੀ ਜਿਹੜੀ ਪੋਲਿਟਿਕਸ ਹੈ ਉਹ ਡੈਮੋਕ੍ਰੇਸੀ ਵਿੱਚ ਵੈਸੇ ਨਹੀਂ ਚੱਲਦੀ ਜੀ ਕਿਉਂਕਿ ਜਿਹੜਾ ਡੈਮੋਕ੍ਰੇਸੀ ਦੀ ਜਿਹੜੀ ਮੈਜੋਰਿਟੀ ਓਪੀਨੀਅਨ ਹੈ ਉਹ ਬਾਈ ਸਭਾਈ ਮੋਡਰੇਟ ਹੁੰਦੀ ਹੈ ਐਕਸਟ੍ਰੀਮ ਫ੍ਰਿੰਜ ਹਮੇਸ਼ਾ ਹੀ ਯੂਜ਼ ਕੀਤੀ ਜਾਂਦੀ ਹੈ ਮੋਡਰੇਟ ਓਪੀਨੀਅਨ ਨੂੰ ਖਤਮ ਕਰਨ ਲਈ ਔਰ ਡੈਮੋਕ੍ਰੇਸੀ 'ਚ ਮੋਡਰੇਟ ਓਪੀਨੀਅਨ ਹੀ ਅਲਟੀਮੇਟਲੀ ਤੁਹਾਡੀ ਪਾਵਰ 'ਤੇ ਲੈ ਕੇ ਜਾਂਦੀ ਹੈ ਉਹੀ ਅਲਟੀਮੇਟਲੀ ਬਾਕੀ ਦੇਸ਼ ਨੂੰ ਸਮਝਾਉਂਦੀ ਹੈ ਤੇ ਜੇ ਤੁਸੀਂ ਐਕਸਟ੍ਰੀਮ ਭਾਸ਼ਾ ਬੋਲੋਗੇ ਤਾਂ ਉਹਦੇ ਨਾਲ ਇੱਕ ਡਰ ਪੈਦਾ ਹੁੰਦਾ ਤੁਹਾਡੀ ਡਿਮਾਂਡ ਤਾਂ ਸੁਣੀ ਨਹੀਂ ਜਾਂਦੀ ਸੋ ਜਿੰਨੀ ਮਾਈਲਡ ਮੈਸੇਜ ਦਿੱਤਾ ਜਾਵੇ ਉਹਨਾਂ ਲੰਬਾ ਮੈਸੇਜ ਜਾਂਦਾ ਜਿੰਨਾ ਅਬਿਊਸਿਵ ਮੈਸੇਜ ਦਿੱਤਾ ਜਾਵੇ ਉੱਥੇ ਰੁਕ ਜਾਂਦਾ ਜਿੰਨਾ ਐਕਸਟ੍ਰੀਮ ਮੈਸੇਜ ਦਿੱਤਾ ਜਾਵੇ ਉਹਦੀ ਵੀ ਰੀਚ ਬਹੁਤ ਘੱਟ ਹੁੰਦੀ ਹੈ ਤੁਹਾਡੇ ਕੋਲ ਸਪੋਰਟ ਜ਼ਰੂਰ ਵੱਧਦੀ ਹੈ ਤੁਹਾਡਾ ਇੱਕ ਗਰੁੱਪ ਵੱਧ ਜਾਂਦਾ 50 ਬੰਦੇ ਬਣ ਜਾਣਗੇ 100 ਬੰਦੇ ਤੁਸੀਂ ਇਹ ਗੈਂਗ ਬਣਾਉਣਾ ਹੋਵੇ ਤਾਂ ਐਕਸਟ੍ਰੀਮ ਭਾਸ਼ਾ ਬੋਲੋ ਔਰ ਜੇ ਤੁਸੀਂ ਮੈਸੇਜ ਪਹੁੰਚਾਉਣਾ ਹੋਵੇ ਤਾਂ ਬਹੁਤ ਪਿਆਰ ਭਰੀ ਭਾਸ਼ਾ ਨਾਲ ਹੀ ਮੈਸੇਜ ਕਨਵੇ ਹੁੰਦਾ ਔਰ ਸਵਾਲ ਤਾਂ ਮੈਸੇਜ ਦਾ ਕਿਉਂਕਿ ਪੰਜਾਬ ਤਾਂ ਲਿਟਰਲੀ ਇਹਦਾ ਜਿਹੜਾ ਮੈਸੇਜ ਇੰਨਾ ਜ਼ਿਆਦਾ ਲਿਬਰੇਟਿੰਗ ਹੈ ਪੂਰੇ ਦੇਸ਼ ਲਈ ਇੰਨਾ ਲਿਬਰੇਟਿੰਗ ਹੈ ਭਗਤੀ ਮੂਵਮੈਂਟ ਦਾ ਐਕਸਪੈਰੀਮੈਂਟ ਪੰਜਾਬ ਵਿੱਚ ਹੋਇਆ ਭਗਤੀ ਮੂਵਮੈਂਟ ਨੇ ਜੋ ਕੋਸ਼ਿਸ਼ ਕੀਤੀ ਸੀ ਉਹਦਾ ਜਿਹੜਾ ਰਿਅਲਾਈਜ਼ੇਸ਼ਨ ਪੰਜਾਬ ਵਿੱਚ ਹੋਇਆ ਉਹ ਇੱਕ ਲਿਬਰੇਟਿੰਗ ਮਾਡਲ ਸੀ ਫॉर ਰੈਸਟ ਆਫ ਇੰਡੀਆ ਸੋ ਇਸ ਕਰਕੇ ਜਿਹੜੀ ਰੈਸਟ ਆਫ ਇੰਡੀਆ ਦੀ ਪੋਲਿਟਿਕਸ ਹੈ ਉਹ ਪੰਜਾਬ ਦੀ ਪੋਲਿਟਿਕਸ ਤੋਂ ਡਰਦੀ ਹੈ ਔਰ ਡਰਨਾ ਚਾਹੀਦਾ ਵੀ ਹੈ ਕਿਉਂਕਿ ਇਹ ਲਿਬਰੇਸ਼ਨ ਮਾਡਲ ਜੇ ਬਾਕੀ ਜਗ੍ਹਾ ਰੈਪਲੀਕੇਟ ਹੋਇਆ ਤਾਂ ਟਰਾਂਸਫਾਰਮ ਹੋ ਜਾਏਗਾ ਜਿਹੜਾ ਕਲਾਸੀਕਲ ਜਿਹੜਾ ਕਲਾਸੀਕਲ
ਹਿੰਦੂ ਵੈਲਿਊ ਸਿਸਟਮ ਤੇ ਜਿਹੜਾ ਦੇਸ਼ ਚੱਲ ਰਿਹਾ ਹੈ ਜੀ। ਉਹਨੂੰ ਤਾਂ ਡਰ ਪੈਣਾ ਹੀ ਪੈਣਾ, ਬਟ ਉਹਦੇ ਲਈ ਜ਼ਰੂਰੀ ਹੈ ਤੁਸੀਂ ਉਸੇ ਪਿਆਰ ਮੁਹੱਬਤ ਦੀ ਲੈਂਗੁਏਜ ਲਾਓਗੇ ਕਿ ਤੁਸੀਂ ਹਰ ਜਗ੍ਹਾ ਤਲਵਾਰ ਨਾਲ ਹੀ ਭਾਸ਼ਾ ਬੋਲੋਗੇ। ਔਰ ਇਹ ਉਹ ਚਾਹੁੰਦੇ ਨੇ ਕਿ ਜਿੱਦਣ ਤਲਵਾਰ ਬੋਲੋਗੇ ਉਦੋਂ ਦੇਸ਼ ਨੂੰ ਡਰਾਇਆ ਜਾ ਸਕਦਾ, ਤੁਹਾਡਾ ਸਾਰਾ ਮੈਸੇਜ ਲੋਸਟ ਹੋ ਜਾਂਦਾ। ਤਲਵਾਰ ਦਿਖਾ ਕੇ ਤੁਸੀਂ ਆਪਣਾ ਮੈਸੇਜ ਨੂੰ ਖਤਮ ਕਰ ਦਿੰਦੇ। ਜਿਹੜੀ ਇੰਨੀ ਤੁਹਾਡੇ ਕੋਲ ਫੋਰਸ ਹੈ, ਇੰਨੀ ਜ਼ਿਆਦਾ ਪਰਸੁਏਸਿਵ ਹੈ ਕਿ ਸਾਰਾ ਹਿੰਦੁਸਤਾਨ ਨਾਲ ਚੱਲਣ ਨੂੰ ਤਿਆਰ ਹੈ, ਪਰ ਤੁਸੀਂ ਤਾਂ ਉਹਨਾਂ ਸਾਹਮਣੇ ਤਲਵਾਰ ਦਿਖਾਉਣ ਲੱਗ ਪੈਂਦੇ ਤੇ ਫਿਰ ਤੁਸੀਂ ਅਲੱਗ ਹੋ ਜਾਂਦੇ ਹੋ। ਔਰ ਇਹੀ ਤਾਂ ਪੋਲਿਟਿਕਸ ਹੈ ਕਿ ਤੁਹਾਨੂੰ ਲੱਗ ਜਿੱਦਣ ਤੁਸੀਂ ਰਲ ਗਏ ਉਦੋਂ ਤੁਹਾਡਾ ਮਲਟੀਪਲਾਈ ਹੋ ਗਿਆ ਫੋਰਸ। ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮੈਸੇਜ ਲੋਸਟ ਦੀ, ਲਾਰੈਂਸ ਬਿਸ਼ਨੋਈ ਦਾ ਇੱਕ ਇੰਟਰਵਿਊ ਆਉਂਦਾਗਾ ਵੱਡੇ ਚੈਨਲ ਦੇ ਉੱਤੇ, ਉਹ ਵੀ ਤੁਹਾਨੂੰ ਲੱਗਦਾ ਵੀ ਆਹ ਸਾਰੇ ਸੀਨ ਦੇ ਵਿੱਚ ਉਹ ਚੀਜ਼ ਵੀ ਕਿਤੇ ਨਾ ਕਿਤੇ ਲੋਸਟ ਹੋ ਗਈ? ਬਿਲਕੁਲ, ਲਾਰੈਂਸ ਬਿਸ਼ਨੋਈ ਇਜ਼ ਕਲੀਅਰਲੀ ਜਿਹੜਾ ਕਸਟਡੀ ਵਿੱਚ ਹੋਵੇ ਉਹਦੀ ਇੰਟਰਵਿਊ ਆ ਰਿਹਾ ਤਾਂ ਕਲੀਅਰਲੀ ਉਹ ਮੈਨੀਪੂਲੇਟਡ ਇੰਟਰਵਿਊ ਨਹੀਂ ਹੋਏਗੀ। ਉਹ ਕਲੀਅਰਲੀ ਦੇਖੋ, ਜੋ ਮਰਜ਼ੀ ਕਰੋ, ਸਿੱਧੂ ਮੂਸੇਵਾਲਾ ਦਾ ਮਰਡਰ ਹਲੇ ਲੇਅਰਸ ਹਲੇ ਉਹਦੀ ਸੱਚਾਈ ਪਤਾ ਨਹੀਂ ਲੱਗੀ। ਜਿੱਦਾਂ ਜੌਨ ਆਫ ਕੈਨੇਡੀ ਦਾ ਮਰਡਰ ਸੀ ਨਾ, ਕਈ ਸਾਲ ਤੇ 12 ਬੁੱਕਸ ਲਿਖ ਕੇ 4 ਪਿਕਚਰਾਂ ਬਣਨ ਤੋਂ ਬਾਅਦ ਵੀ ਪਤਾ ਨਹੀਂ ਸਮਝ ਆ ਰਿਹਾ ਕਿ ਕੈਨੇਡੀ ਨੂੰ ਕਿਵੇਂ ਮਾਰਿਆ ਗਿਆ, ਕਿਹਨੇ ਮਾਰਿਆ, ਕਿਹੜਾ ਗਰੁੱਪ ਸੀ। ਹੁਣ ਇੰਨੇ ਸਾਲਾਂ ਬਾਅਦ ਹੁਣ ਪਤਾ ਲੱਗ ਰਿਹਾ 62 ਦਾ ਮਰਡਰ ਹੋਇਆ ਹੋਵੇ ਜੀ, ਔਰ 60 ਸਾਲ ਬਾਅਦ ਤੁਹਾਨੂੰ ਅੰਦਾਜ਼ਾ ਹੋ ਰਿਹਾ ਵੀ ਕੀ ਹੋਇਆ। ਸਿਮਿਲਰਲੀ ਸਿੱਧੂ ਮੂਸੇਵਾਲਾ ਮਰਡਰ ਵੀ ਉਹਨਾਂ ਚੇਂਜ ਦੇ ਵਿੱਚ ਲੇਅਰਸ ਐਂਡ ਲੇਅਰਸ 'ਚ ਹੈ। ਲਾਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਉਹਦਾ ਵੀ ਇੱਕ ਹਿੱਸਾ ਹੈ। ਸੋ ਤੁਹਾਨੂੰ ਸਮਝ ਸਕਦੇ ਹੋ ਕਿ ਜਦੋਂ ਚੀਜ਼ਾਂ ਇੰਨੀ ਡੈਪਥ 'ਤੇ ਹੋ ਰਹੀਆਂ ਹੋਣ, ਉਸ ਵੇਲੇ ਤੁਸੀਂ ਬਿਲਕੁਲ ਸਿੱਧੇ ਸਿੰਪਲ ਤਰੀਕੇ ਨਾਲ ਥੋੜ੍ਹੀ ਲੜਾਈ ਲੜੀ ਜਾ ਸਕਦੀ, ਸਪੈਸ਼ਲੀ ਪੋਲੀਟੀਕਲ ਲੜਾਈ ਇਨ ਡੈਮੋਕ੍ਰੇਸੀ। ਡੈਮੋਕ੍ਰੇਸੀ ਕੰਪਲੈਕਸਿਟੀ ਹੁੰਦੀ ਹੈ। ਡੈਮੋਕ੍ਰੇਸੀ ਵਿੱਚ ਹਜ਼ਾਰ ਤਰ੍ਹਾਂ ਦੇ ਤੁਹਾਨੂੰ ਗਰੁੱਪਸ ਓਪੀਨੀਅਨਸ ਨੂੰ ਟੋਲਰੇਟ ਵੀ ਕਰਨਾ ਪੈਂਦਾ, ਸਮਝਾਉਣਾ ਵੀ ਪੈਂਦਾ, ਉਹਨਾਂ ਨਾਲ ਤੋਰਨਾ ਹੀ ਪੈਂਦਾ। ਉਹ ਜਿਹੜੀ ਖੂਬਸੂਰਤੀ ਆਫ ਡੈਮੋਕ੍ਰੇਸੀ ਹੈ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਚੈਲੰਜ ਹੈ, ਉਹਦੇ ਵਿੱਚ ਜ਼ਿਆਦਾ ਲਰਨਿੰਗ ਚਾਹੀਦੀ ਹੈ, ਉਹਦੇ ਵਿੱਚ ਜ਼ਿਆਦਾ ਤੁਹਾਡੀ ਭਾਸ਼ਾ ਪਿਆਰ ਭਰੀ ਚਾਹੀਦੀ ਹੈ, ਉਹਦੇ ਵਿੱਚ ਜਿਹੜੇ ਗੁਣ ਹੈ, ਸੰਤ ਦੇ ਗੁਣ ਜ਼ਿਆਦਾ ਚਾਹੀਦੇ ਆ। ਉੱਥੇ ਹਰ ਜਗ੍ਹਾ ਸਿਪਾਹੀ ਦਾ ਟੈਕਟਿਕਸ ਨਹੀਂ ਚੱਲਦੇ। ਤਾਂ ਇੰਨੀ ਸਮਝ ਸਿੱਖਣ ਨੂੰ ਇੰਨੀ ਤਾਂ ਹੋਣੀ ਚਾਹੀਦੀ ਹੈ ਕਿ ਹਰ ਵਾਰੀ ਸਿਪਾਹੀ ਪਾਰਟ ਨਹੀਂ ਨਾ ਚੱਲਦਾ, ਸੰਤ ਦਾ ਪਾਰਟ ਜ਼ਿੰਦਗੀ ਵਿੱਚ 99% ਸੰਤ ਦਾ ਪਾਰਟ ਹੀ ਚੱਲਦਾ। ਇੱਕ ਐਕਸਟ੍ਰੀਮ ਲਾਸਟ ਰਿਜ਼ੋਰਟ ਤੇ ਲੋੜ ਹੁੰਦੀ ਹੈ, ਤੁਸੀਂ ਉਹ ਲਾਸਟ ਰਿਜ਼ੋਰਟ ਨੂੰ ਹਰ ਜਗ੍ਹਾ ਇਸਤੇਮਾਲ ਕਰਦੇ ਹੋ, ਉਹਦੀ ਭਾਸ਼ਾ ਇਸਤੇਮਾਲ ਕਰਦੇ ਹੋ। ਫਿਰ ਜੇ ਸਾਰਾ ਮੁਲਕ ਤੁਹਾਨੂੰ ਖਤਰਨਾਕ ਸਮਝਦਾ ਤਾਂ ਇਹਦੇ ਵਿੱਚ ਹੈਰਾਨੀ ਦੀ ਕੀ ਗੱਲ ਹੈ। ਜਿਹੜਾ ਸਿੱਧੂ ਮੂਸੇਵਾਲੇ ਵਾਲਾ ਉਹ ਸਾਰਾ ਸੀਨ ਹੋਇਆ, ਤੁਸੀਂ ਕਿਵੇਂ ਸਮਝ ਰਹੇ ਹੋ? ਜਿਵੇਂ ਤੁਸੀਂ ਕਹਤਾ ਵੀ ਇੱਕ ਮਿਸਟਰੀ ਮਰਡਰ ਆ ਤੇ ਬਹੁਤ ਸਾਰੇ ਸਾਲ, ਜਿਵੇਂ ਜੌਨ ਆਫ ਕੈਨੇਡੀ ਦੇ ਨਾਲ ਤੁਸੀਂ ਕੰਪੇਅਰ ਕੀਤਾ ਵੀ ਐਂ ਸਾਲ ਲੱਗ ਜਾਣੇ ਆ, ਉਹ ਹੋਰ ਗੱਲਾਂ ਪਰਤਾ ਕੀ ਲੱਗਦੀਆਂ ਵੀ ਜਿਵੇਂ ਸਿਕਿਉਰਿਟੀ ਦਾ ਉਹ ਵਿਸ਼ਾ ਉਹਦੇ ਮਾਤਾ ਪਿਤਾ ਉਠਾਉਂਦੇ ਆ ਵੀ ਉਹ ਲੀਕ ਕੀਤੀ ਗਈ ਆ, ਵੀ ਉਹ ਜਾਣਕਾਰੀ ਲੀਕ ਕੀਤੀ ਗਈ, ਉਹ ਸਾਰਾ ਕੁਝ ਤੁਹਾਨੂੰ ਲੱਗਦਾ ਵੀ ਉਹ ਇੱਕ ਪੋਲੀਟੀਕਲ ਮਰਡਰ ਆ ਜਾਂ ਕਿਵੇਂ? ਪੋਲੀਟੀਕਲ ਮਰਡਰ ਤਾਂ ਹੁਣ ਇਹ ਜਿਹੜਾ ਮੈਂ ਕਹੂੰਗਾ ਇਹ ਮੇਰਾ ਅੰਦਾਜ਼ਾ ਹੋਏਗਾ ਜੀ, ਕਿਉਂਕਿ ਲਾਇਰ ਨੂੰ ਸਭ ਤੋਂ ਪਹਿਲਾਂ ਦੱਸਣਾ ਕਿ ਤੁਸੀਂ ਐਵੀਡੈਂਸ ਤੇ ਬੋਲੋ। ਜੀ ਬਿਲਕੁਲ। ਮੈਂ ਉਹਨਾਂ ਦੇ ਘਰ ਵੀ ਗਿਆ, ਉਸ ਜਗ੍ਹਾ ਵੀ ਦੇਖੀ ਜੀ ਜਿੱਥੇ ਮਰਡਰ ਹੋਇਆ, ਜਵਾਰ ਕੇ ਉਸ ਤੇ ਕੰਕਰੀਟ ਦੇ ਪਿੱਲਰ ਦੇ ਵਿੱਚ ਐਡਾ ਵੱਡਾ ਮੋਹਰਾ ਹੋਇਆ ਹੈ, 6 ਇੰਚ ਡੂੰਘਾ। ਕਿਸੇ AK-47 ਨਾਲ ਨਹੀਂ ਹੋ ਸਕਦਾ, ਕਿਸੇ ਰਾਈਫਲ ਨਾਲ ਨਹੀਂ ਹੋ ਸਕਦਾ, ਔਰ ਉਹ 60 ਮੀਟਰ ਤੋਂ ਦੂਰ ਫਾਇਰ ਕਰਨ ਤੋਂ ਬਾਅਦ ਵੀ ਐਡਾ ਵੱਡਾ ਕੰਕਰੀਟ ਦਾ ਪੋਰਸ਼ਨ ਨਿਕਲ ਗਿਆ, ਦੀਵਾਰ 'ਚੋਂ ਗੋਲੀਆਂ ਨਿਕਲ ਗਈਆਂ। 100 ਮੀਟਰ ਦੂਰ ਲੋਹੇ ਦੇ ਫਾਟਕ 'ਚੋਂ ਗੋਲੀ ਨਿਕਲ ਗਈ, ਤੇ ਕਿਹੜਾ ਵੈਪਨ ਹੋਏਗਾ? ਨਾ AK-47 ਸੀ, ਨਾ ਇਹ 12 ਬੋਰ ਸੀ, ਨਾ ਇਹ 303 ਸੀ, ਨਾ ਇਹ ਆਰਡੀਨਰੀ ਵੈਪਨ ਹੀ ਨਹੀਂ ਸੀ। ਔਰ ਜਿਹੜੇ ਵੈਪਨ ਨਾ ਪੁਲਿਸ ਕੋਲ ਹੈ, ਨਾ ਇਹ ਆਮ ਵਿਕਦੇ ਨੇ, ਉਹ ਵੈਪਨ ਇੰਨੇ ਸਪੈਸ਼ਲਾਈਜ਼ਡ ਵੈਪਨ ਸੀ, ਉਹ ਉਹਨਾਂ ਨੂੰ ਪਤਾ ਸੀ ਕਿ ਇਹਦੇ ਕੋਲ ਬੁਲੇਟ ਪ੍ਰੂਫ ਵਹੀਕਲ ਹੈ। ਚਾਹੇ ਉਸ ਦਿਨ ਬੁਲੇਟ ਪ੍ਰੂਫ ਲੈ ਕੇ ਨਹੀਂ ਗਏ ਸੀ, ਜਿਹੜੇ ਮਾਰਨਾ ਸੀ ਉਹਦਾ ਤਿਆਰੀ ਇਸੇ ਕਰਕੇ ਸੀ। ਬੁਲੇਟ ਪ੍ਰੂਫ ਸਕਰੀਨ ਦੀ ਉਹਨੂੰ ਪਾਇਰਸਿੰਗ ਵੈਪਨ ਸੀ ਉਹਨਾਂ ਕੋਲ, ਜਿਹੜੇ ਵਾਲ ਦੇ ਵਿੱਚੋਂ ਮੋਰੀ ਕਰ ਦਿੰਦੇ ਹੈ, ਉਹ ਵੈਪਨ ਉਹਦਾ ਲੈਸ ਸੀ। ਇਹ ਵੈਪਨ ਇਹਨਾਂ ਵੈਪਨ ਦੀ ਤਾਂ ਦੇਸ਼ ਵਿੱਚ ਜਦੋਂ ਐਂਟਰੀ ਹੁੰਦੀ ਉਦੋਂ ਪਤਾ ਲੱਗ ਜਾਂਦਾ ਇੰਟੈਲੀਜੈਂਸ ਏਜੰਸੀਆਂ ਨੂੰ। ਇਹ ਵੈਪਨ ਆਰਡੀਨਰਲੀ ਅਵੇਲੇਬਲ ਨਹੀਂ। ਦੁਨੀਆ ਭਰ ਵਿੱਚ ਬਹੁਤ ਥੋੜ੍ਹੀਆਂ ਜਿਹੀ ਆਰਗੇਨਾਈਜ਼ਡ ਗੈਂਗ ਹੈ ਜਿਨ੍ਹਾਂ ਕੋਲ ਵੈਪਨ ਹੈ, ਲਾਰਜਲੀ ਉਹ ਇੰਟੈਲੀਜੈਂਸ ਏਜੰਸੀਜ਼ ਹੈਗੀ। ਸੋ ਇਸ ਕਰਕੇ ਜਿਹੜਾ ਇੰਨਾ ਸਪੈਸ਼ਲਾਈਜ਼, ਉਹਨੂੰ ਚਾਹੇ ਤੁਸੀਂ ਜ਼ਰੂਰ ਕਹਿ ਦਿੱਤਾ ਕਿ ਗੈਂਗਸਟਰ ਰਿਵੈਲਰੀ ਹੈ, ਜਾਂ ਗੈਂਗਸਟਰ ਹਮੇਸ਼ਾ ਇਸਤੇਮਾਲ ਹੁੰਦੇ, ਇਸ ਲਈ ਦੇਖਿਆ ਗੈਂਗਸਟਰ ਦੀ ਲਾਈਫ ਘੱਟ ਹੁੰਦੀ ਹੈ, ਇਸਤੇਮਾਲ ਹੋ ਕੇ ਮਰ ਜਾਂਦੇ ਨੇ। ਬਹੁਤ ਘੱਟ ਗੈਂਗਸਟਰ ਜੇਲ੍ਹ ਵਿੱਚ ਰਹਿ ਕੇ ਸਰਵਾਈਵ ਕਰਦਾ, ਉਹ ਵੀ ਉਦੋਂ ਤੱਕ ਹੀ ਰਹਿੰਦਾ ਜਦ ਤੱਕ ਉਹਨਾਂ ਦੀ ਗੇਮ ਖੇਲੇ ਜਿਹੜੇ ਚਲਾ ਰਹੇ ਨੇ। ਸੋ ਲਾਰੈਂਸ ਦੇ ਵੀ ਅਫਸੋਸਜਨਕ ਉਹਦੀ ਟ੍ਰੈਜਡੀ ਇਹੀ ਹੈ ਕਿ ਜਦ ਤੱਕ ਤਾਂ ਉਹ ਗੇਮ ਖੇਲਦਾ ਰਹੇਗਾ, ਏਜੰਸੀ ਦੇ ਉੱਤੇ ਜਿੰਦਾ ਰਹੇਗਾ, ਉੱਦਾਂ ਹੀ ਬੋਲਦਾ ਰਹੇਗਾ ਤਾਂ ਠੀਕ ਹੈ। ਉਹਨੂੰ ਬਹੁਤ ਵੱਡਾ ਇਸਤੇਮਾਲ ਕੀਤਾ ਕਿ ਤੁਹਾਡੀ ਸਾਰੀ ਇਨਵੈਸਟੀਗੇਸ਼ਨ ਡਿਵਰਟ ਹੋ ਜਾਏ। ਜਦੋਂ ਅਸੀਂ ਉਹਨਾਂ ਨੂੰ ਪੁੱਛਿਆ, 2 ਗਵਾਹਾਂ ਨੂੰ ਜਿਹੜੇ ਜਿੰਦੇ ਬਚ ਗਏ, ਉਹਨਾਂ ਨੇ 2 ਬੰਦਿਆਂ ਨੂੰ ਪਛਾਣਿਆ ਸੀ, 2 ਸ਼ੂਟਰਸ ਨੂੰ। ਉਹ ਉਹੀ 2 ਸ਼ੂਟਰ ਸੀ ਜਿਨ੍ਹਾਂ ਨੂੰ ਮਾਰ ਦਿੱਤਾ ਗਿਆ ਐਨਕਾਊਂਟਰ ਦੇ ਵਿੱਚ। ਤੁਹਾਡੀ ਗੇਮ ਖਤਮ ਹੋ ਗਈ।
ਦੋ ਹੀ ਬੰਦੇ ਪਹਿਚਾਨੇ ਗਏ, ਦੋ ਹੀ ਬੰਦੇ ਇਨਕਾਊਂਟਰ ਹੋ ਗਿਆ। ਤੁਹਾਨੂੰ ਜਿਹਨਾਂ ਨੇ ਕੰਟਰੈਕਟ ਦਿੱਤਾ ਸੀ ਉੱਥੇ ਕਿਵੇਂ ਪਹੁੰਚ ਜਾਓਗੇ? ਸੋ ਜਦੋਂ ਤੁਸੀਂ ਸੀਰੀਜ਼ ਆਫ ਐਵੀਡੈਂਸ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਵੈਪਨਸ ਹਲੇ ਰਿਕਵਰੀ ਨਹੀਂ ਹੋਏ। ਜਿਸ ਵੈਪਨ ਦਾ ਫਾਇਰਿੰਗ ਹੋਈ ਹੈ, ਬਾਲ ਤੇ ਐਡੇ ਵੱਡੇ ਕੰਕਰੀਟ ਉਡਾਇਆ ਗਿਆ, ਉਹ ਵੈਪਨਸ ਦਾ ਰਿਕਵਰੀ ਨਹੀਂ ਹੋਏ। ਪੁਰਾਣੀਆਂ ਘਟੀਆ AK-47 ਉਹਨਾਂ ਨੇ ਰਿਕਵਰ ਕੀਤੇ, ਜਿਹਨਾਂ ਨੂੰ ਮਾਰਿਆ, ਉਹ ਵੈਪਨ ਤਾਂ ਹੋ ਹੀ ਨਹੀਂ ਸਕਦਾ। ਤਾਂ ਇਸ ਕਰਕੇ ਜਦੋਂ ਸਾਰੀ ਇਨਵੈਸਟੀਗੇਸ਼ਨ ਤੇ ਲੇਅਰ ਪੜ੍ਹਦੇ ਔਰ ਡਾਇਵਰਸ਼ਨ ਹੋ ਜਾਏ, ਦੈਨ ਤੁਹਾਨੂੰ ਸਮਝ ਆ ਜਾਂਦਾ ਕਿ ਆਰਡੀਨਰੀ ਮਰਡਰ ਨਹੀਂ। ਔਰ ਫਿਰ ਉਹਦੇ ਜਿਹੜੇ ਐਕਸਪਲੋਸਿਵ ਜਿਹੜੀ ਸੀ ਸਿੱਧੂ ਮੂਸੇਵਾਲ ਦਾ, ਮੈਂ ਤਾਂ ਸਿਰਫ ਉਸ ਤੋਂ ਬਾਅਦ ਹੀ ਸੌਂਗ, ਉਹਦੀ ਡੈਥ ਤੋਂ ਬਾਅਦ ਹੀ ਬੱਚੇ ਜ਼ਰੂਰ ਸੁਣਦੇ ਸੀ ਜੀ। ਉਹਦੀ ਪੋਪੂਲੈਰਿਟੀ ਸਾਨੂੰ ਅੰਦਾਜ਼ਾ ਨਹੀਂ ਸੀ ਕਿੰਨੀ ਉਹਦੀ ਪਾਵਰ ਹੈ ਪਰਸੂਏਸ਼ਨ ਅਕ੍ਰੋਸ ਦਾ ਵਰਲਡ। ਔਰ ਉਹਦੇ ਜਿਹੜੇ ਜਿਹੜੀਆਂ ਉਹਦੀਆਂ ਸੀਨ ਦੇ ਪਿੱਛੇ ਜਿਹੜੇ ਗ੍ਰਾਫਿਕਸ ਸੀ, ਜਿਹੜੀਆਂ ਸੀਨਰੀਆਂ ਸੀ, ਉਹ ਕੰਪਲੀਟ ਸਿੱਖ ਕਾਜ਼ ਨੂੰ ਰਿਪਰੈਜ਼ੈਂਟ ਕਰਦੇ ਸੀ। ਉਹ ਸਾਰੀਆਂ ਉਹ ਫੋਟੋਆਂ ਸੀ ਜਿਹੜੇ ਤੁਸੀਂ ਕੈਨੇਡੀਅਨ ਗੁਰਦੁਆਰਿਆਂ 'ਚ ਆਮ ਦੇਖਦੇ, ਉਹ ਸਿੱਖ ਕਾਜ਼ ਨੂੰ ਪ੍ਰਭਾਵਿਤ ਕਰਦੇ ਸੀ। ਉਹਦੇ 'ਚ ਬੜੀ ਜ਼ਿਆਦਾ ਫੋਰਸ ਸੀ। ਜਿਹੜਾ ਉਹਨਾਂ ਨੇ ਇਸ ਵੇਲੇ ਗਾਣਾ ਬਾਅਦ 'ਚ ਉਹਨਾਂ ਨੂੰ ਬੈਨ ਕਰਨਾ ਪਿਆ ਜੀ, ਔਰ ਉਹ ਗਾਣਾ ਬਣਿਆ ਤਾਂ ਪਹਿਲਾਂ ਹੋਏਗਾ। ਸੋ ਜਿਹੜੇ ਬੰਦੇ ਉਹਨਾਂ 'ਤੇ ਨਜ਼ਰ ਰੱਖੇ ਹੋਣਗੇ ਉਹਨਾਂ ਨੂੰ ਤਾਂ ਪਤਾ ਹੋਏਗਾ ਕਿ ਇੱਦਾਂ ਦੇ ਗਾਣੇ ਬਣਾਉਣੇ ਸੀ। ਹਾਲੇ 26 ਸਾਲ ਦੀ ਉਮਰ ਸੀ, ਹਾਲੇ ਉਹਨੇ ਕਿੰਨੇ ਸਾਲ ਇਸ ਧਰਤੀ ਦੇ ਹੱਕ ਵਿੱਚ ਬੋਲਣਾ ਸੀ। ਤੇ ਕੋਈ ਵੱਡੀ ਗੱਲ ਨਹੀਂ ਕਿ ਕੋਈ ਡਿਸੀਜਨ ਲੈ ਲੈ ਕਿ ਦੇਸ਼ 'ਤੇ ਖਤਰਾ ਇਹਨੂੰ ਮਾਰ ਦਿਓ, ਇੱਦਾਂ ਹੀ ਮਾਰ ਦਿਓ। ਤੇ ਹਮੇਸ਼ਾ ਹੀ ਜਦੋਂ ਡਿਵਰਟ ਤਾਂ ਫਿਰ ਨਾ ਗੈਂਗਸਟਰ ਆਪਣੇ ਨਾਮ ਲੈ ਲੈਂਦੇ ਨੇ, ਉਹਨਾਂ ਦੇ ਬੰਦੇ ਇਸਤੇਮਾਲ ਹੁੰਦੇ ਨੇ, ਫਾਈਨਲੀ ਉਹ ਸਜ਼ਾ ਖਾ ਕੇ ਮਰ ਜਾਣਗੇ। ਹਾਲੇ ਇਨਵੈਸਟੀਗੇਸ਼ਨ ਚਲਾਉਣ ਸਿਰਫ ਇੰਨਾ ਕਹਿੰਦਾ ਗੈਂਗਸਟਰ ਤੱਕ ਰਹਿ ਗਿਆ ਕਿ ਗੈਂਗਸਟਰ ਮੰਨਦੇ ਸੀ ਔਰ ਗੈਂਗਸਟਰ ਨੇ ਮਾਰਤਾ। ਜਿਹੜੀ ਚਾਰਜ ਸ਼ੀਟ ਆ ਉਹ ਵੀ ਬਹੁਤ ਕਹਿੰਦੇ ਹਲਕੀ ਮੀਨਸ ਕਿ ਰਿਕਵਰੀ ਅਰੈਸਟ ਬਟ ਕੋਈ ਉਹਨਾਂ ਨੂੰ ਪਹਿਚਾਣ ਨਹੀਂ ਸਕਦਾ, ਕਿਉਂਕਿ ਜਿਹੜੇ ਦੋ ਗਵਾਹਾਂ ਨੇ ਪਹਿਚਾਨਿਆ ਸੀ, ਉਹ ਜਿਹੜੇ ਗਵਾਹੀ ਦੇਣਗੇ ਉਹਨਾਂ ਨੂੰ ਪਹਿਚਾਣ ਨਹੀਂ ਪਾਉਣਗੇ। ਜੇ ਉਹ ਪਹਿਚਾਣ, ਉਹਨਾਂ ਨੇ ਪਹਿਲਾਂ ਹੀ ਝੂਠ ਬੋਲਤਾ ਕਿ ਫਾਦਰ ਨੇ ਕਹਿਤਾ ਕਿ ਫਾਦਰ ਪਿੱਛੇ ਫੋਲੋ ਕਰ ਰਿਹਾ ਸੀ। ਦੇਖੋ FIR ਝੂਠ ਲਿਖਤਾ ਪਰਸੂਏਡ ਕਰਕੇ। ਤੁਸੀਂ ਜਦੋਂ ਖਰਾਬ ਕਰਨਾ ਹੋਵੇ ਕੇਸ ਤਾਂ ਤੁਸੀਂ ਪਹਿਲੇ ਸਟੈਪ ਤੋਂ ਹੀ ਖਰਾਬ ਕਰਨਾ ਸ਼ੁਰੂ ਕਰ ਦਿੰਦੇ। ਸੋ ਕੇਸ ਤਾਂ ਸ਼ੁਰੂਆਤ ਤੋਂ ਹੀ ਖਰਾਬ ਕੀਤਾ। ਕਿਉਂ ਕਰੋਗੇ ਤੁਸੀਂ ਕਿਉਂ ਕੁਛ ਐਸੀ ਗੱਲ ਕਹੋਗੇ ਜਿੱਥੇ ਕਿ ਫਾਦਰ ਨੇ ਨਹੀਂ ਕਿਹਾ ਔਰ ਫਿਰ FIR ਵਿੱਚ ਹੋਇਆ? ਉਹਨਾਂ ਨੇ ਕਿਹਾ ਕਿ ਮੈਂ ਤਾਂ ਕਿਹਾ ਨਹੀਂ ਕਿ ਇਸ ਗੈਂਗਸਟਰ ਨੇ ਮਾਰਿਆ, ਉਹਨੇ ਗੈਂਗਸਟਰ ਨੇ ਮਾਰਿਆ, ਤੁਸੀਂ FIR ਲਿਖਤਾ। ਤੁਸੀਂ ਪਹਿਲਾਂ ਹੀ ਸਕ੍ਰਿਪਟ ਰੈਡੀ ਸੀ ਮਰਡਰ ਤੋਂ ਪਹਿਲਾਂ ਕਿ ਇਹਦੇ 'ਚ ਕੀ ਲਿਖਾਉਣਾ, ਕਿੱਧਰ ਧਿਆਨ ਦਿਵਾਉਣਾ, ਕਿਹਨਾਂ ਨੂੰ ਅਸੀਂ ਬਲੇਮ ਕਰਨਾ, ਕਿਹਨਾਂ ਨੂੰ ਸਜ਼ਾ ਦਿਵਾਉਣਾ। ਪਰਿਵਾਰ ਨੂੰ ਵੀ ਮਿਸਗਾਈਡ ਕੀਤਾ ਗਿਆ ਬਹੁਤ 100%। ਇਹਦੇ ਵਿੱਚ ਤਾਂ ਇੰਨੇ ਜ਼ਿਆਦਾ ਲੇਅਰਸ ਹੁੰਦੇ ਕਿ ਅੱਲਾ ਤੁਸੀਂ ਬਹੁਤ ਜ਼ਿਆਦਾ ਡੈਡੀਕੇਸ਼ਨ ਕਰਕੇ ਇਨਕੁਆਇਰੀ ਕਰੋ, ਫਿਰ ਪਤਾ ਲੱਗਦਾ ਤੁਹਾਨੂੰ ਲਾਈਫ ਟਾਈਮ ਮਗਰ ਪੈਣਾ ਪਊਗਾ ਐਵੀਡੈਂਸ ਦੇ। ਫਿਰ ਤੁਹਾਨੂੰ ਅੰਦਾਜ਼ਾ ਹੁੰਦਾ ਕਿ ਘੱਟੋ ਘੱਟ ਜਿਹੜਾ ਆਫੀਸ਼ੀਅਲ ਵਰਸ਼ਨ ਹੈ ਉਹ ਸੱਚ ਨਹੀਂ ਹੈ। ਖਾਸ ਕਰਕੇ ਜਦੋਂ ਗੋਲਡੀ ਬਰਾੜ ਦਾ ਨਾਮ ਆਉਂਦਾਗਾ, ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਦਿੰਦੇ ਵੀ ਦੇਖ ਸਕਦੇ ਹੋ ਕਿ ਚੀਫ ਮਿਨਿਸਟਰ ਨੂੰ ਕੋਈ ਮਿਸਗਾਈਡ ਕਰ ਜਾਏ ਕਿ ਗੋਲਡੀ ਬਰਾੜ ਅਰੈਸਟ ਹੋ ਗਿਆ, ਗੋਲਡੀ ਬਰਾੜ ਅਰੈਸਟ ਨਾ ਹੋਇਆ ਹੋਵੇ। ਤੇ ਸੋਚੋ ਨਾ ਕਿਹੋ ਜਿਹਾ ਪ੍ਰੋਟੈਕਸ਼ਨ ਹੈ। ਕਿਹੜਾ ਬੰਦਾ ਚੀਫ ਮਿਨਿਸਟਰ ਨੂੰ ਗਲਤ ਇਨਫੋਰਮੇਸ਼ਨ ਦੇ ਰਿਹਾ, ਵਾਈ? ਸੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦਾ ਇੱਕ ਵੱਡਾ ਏਜੰਡਾ ਹੈ, ਔਰ ਉਹ ਏਜੰਡਾ ਉਹਦੇ ਮਰਡਰ ਨਾਲ ਵੀ ਸਾਇਆ। ਸਰਟਨਲੀ ਸਿੱਧੂ ਮੂਸੇਵਾਲਾ ਜੋ ਮਹਿੰਗਾ ਪਿਆ ਤਾਂ ਆਮ ਆਦਮੀ ਪਾਰਟੀ ਪ੍ਰੈਜ਼ੈਂਟ ਮੌਜੂਦਾ ਸਰਕਾਰ ਨੂੰ ਹੀ ਪਿਆ ਜੀ। ਅੱਜ ਅੰਮ੍ਰਿਤਪਾਲ ਨਹੀਂ ਅਰੈਸਟ ਹੋਇਆ, ਉਹ ਵੀ ਸਾਰਾ ਬਲੇਮ ਕਿਹਦੇ ਪਏਗਾ? ਕੱਲ ਸੈਂਟਰਲ ਗਵਰਨਮੈਂਟ ਅਰੈਸਟ ਕਰਕੇ ਪੇਸ਼ ਕਰ ਦੇਗੀ, ਆਪਣੇ ਆਪ ਨੂੰ ਕਮਾਲ ਦਾ ਪੁਲਿਸ ਫੋਰਸ ਕਹੇਗੀ। ਸਿੱਧੂ ਮੂਸੇਵਾਲੇ ਦੇ ਹਰ ਮਰਡਰਰ ਨੂੰ, ਹਰ ਸਸਪੈਕਟ ਨੂੰ ਕਿਹਨੇ ਅਰੈਸਟ ਕੀਤਾ? ਦਿੱਲੀ ਪੁਲਿਸ ਨੇ। ਪਹਿਲਾਂ ਉਹ ਅਰੈਸਟ ਕਰਦੇ ਸੀ, ਫਿਰ ਉਹਨਾਂ ਨੂੰ ਬਰੀਫ ਕਰਦੇ ਸੀ, ਫਿਰ ਪੇਸ਼ ਕਰਦੇ ਸੀ, ਫਿਰ ਪੰਜਾਬ ਸਰਕਾਰ ਜਿੱਦਾਂ ਉਹਨਾਂ ਨੂੰ ਬਰੀਫ ਕੀਤਾ ਸੀ ਉਹਨਾਂ ਦੀ ਵਰਸ਼ਨ ਮੰਨ ਕੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਕਰ ਦਿੰਦੇ ਸੀ। ਇਹੀ ਇਨਵੈਸਟੀਗੇਸ਼ਨ ਹੋਈ ਨਾ। ਇਸ ਤੋਂ ਹੀ ਕਿੰਨਾ ਡਾਊਟ ਹੁੰਦਾ ਹੈ ਕਿ ਕੇਸ ਇੱਥੇ ਦਰਜ ਕਰ ਰਿਹਾ, ਪੁਲਿਸ ਇਹ ਫੋਰਸ ਕਰ ਰਹੀ ਹੈ, ਸਾਰੇ ਜਿਹੜੇ ਸਸਪੈਕਟ ਅਰੈਸਟ ਕੋਈ ਹੋਰ ਪੁਲਿਸ ਕਰ ਰਹੀ ਹੈ, ਔਰ ਇਹੀ ਹਾਲ ਲੱਗਦਾ ਹੈ। ਮੈਨੂੰ ਨਹੀਂ ਪਤਾ ਕਿ ਅੰਮ੍ਰਿਤਪਾਲ ਕਿੱਥੇ ਹੈ, ਕੀ ਹੈ, ਕਿਹਦੀ ਗੱਲ, ਬਟ ਇਹੀ ਲੱਗਦਾ ਹੈ ਕਿ ਫਾਈਨਲੀ ਦਿੱਲੀ ਪੁਲਿਸ ਜਾਂ ਕੋਈ ਹੋਰ ਸੈਂਟਰਲ ਏਜੰਸੀ ਪੇਸ਼ ਕਰਦਾ ਕਿ ਦੇਖੋ ਜੀ ਅਸੀਂ ਪੇਸ਼ ਕਰਤਾ। ਸੋ ਐਂਡ ਉਹਦੇ ਬਹਾਨੇ ਕਿੰਨਾ ਨੁਕਸਾਨ ਕਰਤਾ ਪੰਜਾਬ ਦਾ। ਜੀ ਮੇਰਾ ਲਾਸਟ ਸਵਾਲ ਆ, ਜੇ ਸਿੱਖਾਂ ਦੀ ਇਮੇਜ ਦੀ ਗੱਲ ਕਰਦੇ ਹਾਂ, ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਚਿੰਤਕ ਨੇ ਉਹ ਚਿੰਤਾ ਵੀ ਕਰ ਰਹੇ ਨੇ, ਲੋਕਾਂ ਨੂੰ ਵੀ ਦੱਸ ਰਹੇ ਨੇ ਵੀ ਇਸ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਡੈਮੇਜ ਹੋ ਗਈਆਂ, ਉਵੇਂ ਸਟੇਬਲ ਨਹੀਂ ਰਿਹਾ, ਚਾਹੇ ਉਹ ਇੱਧਰਲੀ ਗੱਲ ਕਰ ਲਈਏ, ਚਾਹੇ ਉਹ NRIਆਂ ਦੀ ਗੱਲ ਕਰ ਲਈਏ। ਜੋ ਅਸੀਂ ਆਪਣੀ ਕੋਰ ਵੈਲਿਊ ਸਿਸਟਮ ਨੂੰ ਪ੍ਰੋਪੇਗੇਟ ਕੀਤਾ ਸੀ ਦੁਨੀਆ ਦੇ ਵਿੱਚ, ਕਿਸਾਨ ਅੰਦੋਲਨ ਇੱਕ ਬਹੁਤ ਵੱਡੀ ਮੂਵਮੈਂਟ ਸੀ ਜਦੋਂ ਪੰਜਾਬ ਦੀ ਕੋਰ ਵੈਲਿਊ ਸਿਸਟਮ ਸਪਰੈਡ ਹੋਈ ਸੀ। ਬਿਲਕੁਲ ਉਸੇ ਤਰ੍ਹਾਂ ਜਦੋਂ ਗੁਰੂਆਂ ਦੇ ਵੇਲੇ ਜਦੋਂ ਅਸੀਂ ਸ਼ਹੀਦੀਆਂ ਦਿੱਤੀਆਂ ਸੀ ਬਹੁਤ ਵੱਡੇ ਆਈਡੀਅਲ ਲਈ, ਤੇ ਮੁਗਲ ਸਰਕਾਰ ਨੂੰ ਵੀ ਝੁਕਣਾ ਪਿਆ ਸੀ ਜਾਂ ਪਿੱਛੇ ਹਟਣਾ ਪਿਆ ਸੀ, ਤੇ ਤੁਹਾਡਾ ਜਿਹੜਾ ਸਿੱਖੀਜ਼ਮ ਸਪਰੈਡ ਹੀ ਉਸ ਗ੍ਰੇਟ ਵੈਲਿਊ ਸਿਸਟਮ ਤੋਂ ਹੋਇਆ ਸੀ। ਉਹਦਾ ਸਪਰੈਡ ਕਰਨ ਦੀ ਬਜਾਏ ਅਸੀਂ ਛੋਟੇ ਹੁੰਦੇ ਸੰਕੁਚਿਤ ਹੁੰਦੇ ਗਏ। ਅਸੀਂ ਸਾਰਾ ਮਿਸ਼ਨ ਤਾਂ ਛੱਡ ਦਿੱਤਾ, ਤੇ ਜਦੋਂ ਤੁਸੀਂ ਸਾਰਾ ਮਿਸ਼ਨ ਛੱਡ ਕੇ ਇੱਕ ਪਾਵਰ
ਪਾਵਰ ਦੀ ਗੱਲ ਕਰੀਏ, ਖਾਲਿਸਤਾਨ ਦੀ ਗੱਲ ਕਰੀਏ, ਇੱਕ ਆਪਣੀ ਹਕੂਮਤ ਦੀ ਗੱਲ ਕਰੀਏ, ਤਾਂ ਫਿਰ ਤੁਸੀਂ ਹਕੂਮਤ ਦੀਆਂ ਗੱਲਾਂ ਕਰ ਰਹੇ ਹੋ। ਫਿਰ ਤੁਹਾਡਾ ਮਿਸ਼ਨ ਹੈ ਜਿਹੜਾ, ਉਹ ਤਾਂ ਜਿਹੜਾ ਹੁੰਦਾ ਨਾ, ਜਿਹੜਾ ਸੀਕ੍ਰੇਟ ਜਾਂ ਜਿਹੜਾ ਹੁੰਦਾ ਅਲੌਕਿਕ ਮਿਸ਼ਨ ਤਾਂ ਖਤਮ ਹੋ ਜਾਂਦਾ ਹੈ। ਔਰ ਸਿੱਖੀਜ਼ਮ ਮਿਸ਼ਨ ਹੀ ਹੈ। ਇਹ ਕਦੇ ਵੀ ਇੱਕ ਹਕੂਮਤ ਲੈਣ ਦੀ ਕੋਈ ਫਿਲਾਸਫੀ ਨਹੀਂ ਹੈ। ਗੁਰੂਆਂ ਦੀ ਫਿਲਾਸਫੀ ਕਦੇ ਵੀ ਕਿਤੇ ਰਾਜ ਕਰਨ ਦੀ ਫਿਲਾਸਫੀ ਨਹੀਂ। ਇਹ ਤਾਂ ਰਾਜੇ ਨੂੰ ਸ਼ੀਸ਼ਾ ਦਿਖਾਉਣ ਦੀ ਫਿਲਾਸਫੀ। ਸਿੱਖ ਦਾ ਇਹ ਐਂਬੀਸ਼ਨ ਹੋਏ ਕਿ ਮੈਂ ਰਾਜ ਕਰਨਾ ਹੈ, ਫਿਰ ਉਹ ਸਿੱਖ ਵੀ ਕਾਹਦਾ ਰਹਿ ਗਿਆ। ਜਿੱਥੇ ਸਿੱਖ ਜਾਂਦੇ ਉੱਥੇ ਕੋਈ ਰਾਜਾ ਧੱਕਾ ਨਾ ਕਰ ਸਕੇ, ਉਹ ਤਾਂ ਸਮਝ ਆਉਂਦਾ ਹੈ ਜੀ। ਬਟ ਜੇ ਸਿੱਖ ਦਾ ਇਹ ਐਂਬੀਸ਼ਨ ਹੋਏ ਕਿ ਮੈਂ ਹੀ ਰਾਜ ਕਰਨਾ, ਫਿਰ ਸਿੱਖ ਦਾ ਮੇਰੇ ਹਿਸਾਬ ਨਾਲ ਫਿਰ ਮੈਂ ਉਹਨੂੰ ਇਹ ਘੱਟੋ ਘੱਟ ਇਹ ਸਿੱਖ ਦਾ ਕੋਈ ਇੰਨਾ ਛੋਟਾ ਏਮ ਨਹੀਂ ਹੋ ਸਕਦਾ। ਤਾਂ ਉਸ ਕਰਕੇ ਮੈਨੂੰ ਤਾਂ ਲੱਗਦਾ ਕਿ ਅਨਲੈਸ ਅਸੀਂ ਉਸ ਉਦਾਰਤਾ ਨਾਲ, ਉਸ ਜਿਹੜੀ ਕਰੁਣਾ ਨਾਲ, ਉਹਦੀ ਜਿਹੜੀ ਉਹੋ ਜਿਹੀ ਜਿੱਦਾਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ, ਉਸ ਵਿਰਾਟ ਵਿਜ਼ਨ ਨਾਲ ਜਾਂ ਬਰੋਡ ਵਿਜ਼ਨ ਨਾਲ ਜੇ ਅਸੀਂ ਆਰਟੀਕੂਲੇਟ ਕਰੀਏ, ਜੇ ਅਸੀਂ ਆਪਣੀਆਂ ਡਿਮਾਂਡਸ ਰੱਖੀਏ, ਜੇ ਆਪਣਾ ਪੋਲੀਟੀਕਲ ਏਜੰਡਾ ਉੱਦਾਂ ਰੱਖੀਏ, ਪੋਲੀਟਿਕਸ ਨੂੰ ਉੱਦਾਂ ਲੈ ਸਾਂਭੀਏ, ਤਾਂ ਫਿਰ ਉਹ ਕਿਤੇ ਜ਼ਿਆਦਾ। ਤੁਸੀਂ ਸਾਡੀ ਸਾਰੀ ਪੋਲੀਟਿਕਸ ਕੀ ਹੋ ਗਈ ਕਿ ਅਸੀਂ ਆਪਣੇ ਨੂੰ ਅਲੱਗ ਹੀ ਕਰੀ ਜਾ ਰਹੇ। ਹੁਣ ਪਿਛਲੇ 6 ਮਹੀਨੇ ਤੋਂ ਕੀ ਪੋਲੀਟਿਕਸ ਸੀ? ਮਜ਼ਦੂਰਾਂ ਦੇ ਖਿਲਾਫ ਬੋਲਣਾ, ਚਾਹੇ ਉਹ ਯੂਪੀ ਤੋਂ ਆਏ, ਚਾਹੇ ਬਿਹਾਰ ਤੋਂ ਆਏ। ਬਜ਼ੁਰਗਾਂ ਦੇ ਖਿਲਾਫ ਬੋਲਣਾ, ਚਾਹੇ ਉਹ ਕੁਰਸੀ 'ਤੇ ਬਹਿੰਦੇ, ਨੀਚੇ ਬਹਿੰਦੇ। ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਲਾਈਨ ਬਾਹਰਲੀ ਗੱਲਾਂ 'ਤੇ ਇਜਾਜ਼ਤ ਹੀ ਨਹੀਂ ਦਿੰਦੇ। ਸਾਰਾ ਕੁਛ ਤਾਂ ਇੰਟਰਨਲ ਪਿਓਰਿਟੀ 'ਤੇ। ਉਹ ਕਿਹਨੂੰ ਜਨੇਊ ਕਹਿੰਦੇ ਆ, ਉਹ ਕੀ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਕੀ ਲਿਖਿਆ ਹੋਇਆ, ਔਰ ਕੀ ਸਾਡੇ ਸੋ ਕਾਲ ਲੀਡਰ ਕਿਹਨਾਂ ਗੱਲਾਂ 'ਤੇ ਐਮਫੇਸਾਈਜ਼ ਕਰਦੇ ਨੇ। ਤੇ ਜਦ ਤੁਸੀਂ ਇੰਨਾ ਜ਼ਿਆਦਾ ਬਾਹਰਲੇ ਰੂਪ 'ਤੇ ਚਲੇ ਜਾਓਗੇ ਔਰ ਸਾਰੇ ਇੰਟਰਨਲ ਤਾਂ ਕੋਰ ਤਾਂ ਭੁੱਲ ਗਏ। ਜੇ ਕੋਰ ਭੁੱਲੋਗੇ ਤਾਂ ਫਿਰ ਰਿਜ਼ਲਟ ਤਾਂ ਫਿਰ ਇਹੀ ਹੋਏਗਾ। ਜੇ ਤੁਸੀਂ ਪਖੰਡ ਵਿੱਚ ਪੈ ਗਏ, ਫਿਰ ਰਿਜ਼ਲਟ ਤੁਸੀਂ ਕੀ ਸਸਪੈਕਟ ਕਰਦੇ ਹੋ, ਫਿਰ ਤੁਹਾਨੂੰ ਕਿੱਥੋਂ ਫਲ ਮਿਲੇਗਾ। ਮੈਨੂੰ ਲੱਗਦਾ ਕਿ ਐਜ਼ ਅ ਸਾਡੇ ਜਿਹੜੇ ਪੋਲੀਟੀਕਲ ਲੀਡਰਸ ਹੈ, ਕਿਉਂਕਿ ਪੋਲੀਟੀਕਲ ਲੀਡਰ ਤੁਹਾਨੂੰ ਆਰਟੀਕੂਲੇਟ ਕਰਨਾ ਹੁੰਦਾ, ਤੁਹਾਨੂੰ ਰਸਤਾ ਦਿਖਾਉਣਾ ਹੁੰਦਾ, ਕਿੱਧਰਲੇ ਪਾਸੇ ਲੈ ਕੇ ਜਾਂਦੇ ਆ, ਉਹ ਬਹੁਤ ਇੰਪੋਰਟੈਂਟ ਹੁੰਦਾ। ਅਸੀਂ ਤਾਂ ਚੱਲ ਹੀ ਪੈਂਦੇ ਹਾਂ। ਅਸੀਂ ਤਾਂ ਜਿਹੜਾ ਵੀ ਥੋੜ੍ਹਾ ਜਿਹਾ ਪ੍ਰੋਮਿਸ ਕਰਦਾ, ਅਸੀਂ ਨਾਲ ਚੱਲ ਹੀ ਪੈਂਦੇ ਹਾਂ। ਜਿੰਨੇ ਪੰਜਾਬੀ ਕਿਸੇ ਨੂੰ ਫਲੋਕ ਕਰਦੇ ਨੇ, ਹੈਰਾਨੀ ਦੀ ਗੱਲ ਹੈ। ਖੇਜੀ ਵਾਲੇ ਵਰਗੇ ਬੰਦੇ ਨੂੰ ਵੀ ਅਸੀਂ ਟਰਸਟ ਕੀਤਾ, ਔਰ ਉਹਨੂੰ ਕਿੱਥੋਂ ਲਿਆਏ, ਸਰਕਾਰ ਦੇ ਦਿੱਤੀ। ਇੰਨੀ ਵੱਡੀ ਮੈਜੋਰਟੀ 'ਤੇ ਕਿੰਨਾ ਵੱਡਾ ਟਰਸਟ ਹੈ ਫॉर ਆਊਟਸਾਈਡਰ। ਅਸੀਂ ਇੰਨੇ ਦੁਖੀ ਸੀ ਆਪਣੇ ਬੰਦਿਆਂ ਤੋਂ ਕਿ ਅਸੀਂ ਆਊਟਸਾਈਡਰ ਨੂੰ ਇਨਵਾਈਟ ਕਰਕੇ ਹਕੂਮਤ ਸਾਂਭੀ। ਤੇ ਇਹਦਾ ਮਤਲਬ ਕਿ ਅਸੀਂ ਹਾਲੇ ਵੀ ਬੜੇ ਲਿਬਰਲ ਹੈ, ਸਾਡੇ 'ਚ ਕੋਈ ਬਾਇਸ ਨਹੀਂ ਹੈ। ਜਿਹੜਾ ਵੀ ਥੋੜ੍ਹਾ ਜਿਹਾ ਵੀ ਇਮਾਨਦਾਰੀ ਨਾਲ ਚੱਲਦਾ, ਵੀ ਟਰਸਟ। ਜੀ ਇਹ ਬੜੀ ਵੱਡੀ ਕੁਆਲਿਟੀ ਹੈ, ਮੈਂ ਕਹਿੰਦਾ ਇਸ ਤਰ੍ਹਾਂ ਇਸ ਰੀਜਨ 'ਤੇ। ਬੈਂਸ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਸੋ ਇਹ ਸੀ ਸੀਨੀਅਰ ਐਡਵੋਕੇਟ RS ਬੈਂਸ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ। ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟਾਕ ਵਿਦ ਰਤਨ। ਤੁਸੀਂ ਆਪਣਾ ਸਮਾਂ ਦਿੱਤਾ ਜੀ, ਧੰਨਵਾਦ।